ਵਸਦਾ ਪੰਜਾਬ, ਸਿਰਫ ਪੰਜਾਬ ਨਿਊਜ਼ ਪਰ।
ਬਿਸਮਿਲ੍ਲਾਹਿਰਰਹਿਮਾਨਿਰਰਹੀਮ ਜੀ ਨਾਜ਼ਰੀਨ, ਤੁਸੀਂ ਦੇਖ ਰਹੇ ਹੋ ਹੱਸਦਾ ਤੇ ਵਸਦਾ ਪੰਜਾਬ। ਮੈਂ ਤੁਹਾਡਾ ਮੇਜ਼ਬਾਨ ਮੀਆਂ ਜ਼ਾਹਿਦ ਹਨੀਫ ਫਿਰ ਹਾਜ਼ਰ ਹੋਇਆ ਅੱਜ। ਤੇ ਅੱਜ ਅਸੀਂ ਫੈਸਲਾਬਾਦ ਦੀ ਧਰਤੀ ਹੈ, ਸਮੁੰਦਰੀ ਦਾ ਪਿੰਡ ਹੈ ਜੀ, ਚੱਕ ਨੰਬਰ 204 ਗਾਹਬੇ ਦੇ। ਅੱਜ ਅਸੀਂ ਖੇਤਾਂ ਦੇ ਚੌਰੀ ਸ਼ਫਕਤ ਦੇ ਸਾਹਿਬਜ਼ਾਦੇ ਮਨੀਰ ਖਾਨ ਦੇ ਡੇਰੇ ਦੇ ਉੱਪਰ ਮੌਜੂਦ ਹਾਂ, ਜਿਨ੍ਹਾਂ ਦੇ ਬਾਗ ਦੇ ਅੰਦਰ ਮੌਜੂਦ ਹਾਂ। ਅੱਜ ਅਸੀਂ ਉਸ ਬਾਗ ਦੇ ਵਿੱਚ ਆਏ ਹਾਂ ਜਿੱਥੇ ਡੋਕੇ, ਅੰਬ, ਉਸ ਤੋਂ ਇਲਾਵਾ ਮੈਂ ਦੱਸਣਾ ਚਾਹੁੰਦਾ ਕਿ ਆਪਣਾ ਕਿਨੂਆਂ ਦੇ ਗਰੇਟਾਂ ਦੇ ਇੱਥੇ ਸਾਰਾ ਕੁਝ ਮਸਲਨ ਇਸ ਬਾਗ ਦੇ ਵਿੱਚ ਮੌਜੂਦ ਹੈ। ਗੁਲਾਬ ਦੇ ਫੁੱਲ ਵੀ ਲੱਗੇ ਹੋਏ ਨੇ ਤੇ ਮੈਂ ਅੱਜ ਸਾਰਾ ਕੁਝ ਤੁਹਾਨੂੰ ਆਪਣੀ ਟੈਲੀਵਿਜ਼ਨ ਸਕਰੀਨ ਤੇ ਦਿਖਾਉਣਾ ਚਾਹੁੰਦਾ। ਜਿਹੜੇ ਦੋਸਤ ਸਾਹਿਬ ਮੇਰਾ ਸਾਡਾ ਪ੍ਰੋਗਰਾਮ ਦੇਖਦੇ, ਇਹਨਾਂ ਦੇ ਅੱਗੇ ਇੱਕੋ ਹੀ ਸਾਡੀ ਰਿਕੁਐਸਟ ਹੁੰਦੀ ਹੈ, ਇੱਕੋ ਹੀ ਹੁੰਦੀ ਹੈ ਕਿ ਬਰਾਏ ਮਿਹਰਬਾਨੀ ਸਾਡੇ ਪ੍ਰੋਗਰਾਮ ਨੂੰ ਸ਼ੇਅਰ ਜ਼ਰੂਰ ਕਰੋ, ਲਾਈਕ ਜ਼ਰੂਰ ਕਰੋ, ਕਿਉਂਕਿ ਅਸੀਂ ਹੱਸਦੇ ਵਸਦੇ ਪੰਜਾਬ ਦੇ ਅੰਦਰ ਤੁਹਾਨੂੰ ਸਾਰਾ ਕੁਝ ਦਿਖਾਉਂਦੇ ਆ। ਇਹ ਸਾਡੇ ਪੰਜਾਬ ਦੀ ਸ਼ਾਨ ਵੇਖ ਲਓ ਜੀ। ਗਰਮੀ ਦਾ ਬੜਾ ਮੌਸਮ ਹੈ, ਬਹੁਤ ਹੀ ਗਰਮੀ ਜ਼ਿਆਦਾ ਹੈ, ਠੀਕ ਹੈ ਨਾ ਜੀ। ਦੇਖੋ ਮੇਰੇ ਵੀ ਜਿਹੜੇ ਪਸੀਨੇ ਦੇ ਨਾਲ ਕੱਪੜੇ ਨੇ ਉਹ ਸ਼ਰਾਬੂਰ ਹੋ ਰਹੇ ਨੇ। ਤੇ ਅੱਜ ਮੈਂ ਤੁਹਾਨੂੰ ਦਿਖਾਵਾਂਗਾ ਡੋਕੇ ਜਨਾਬ, ਇਹਦੀ ਕਿੰਨੀ, ਇਸ ਦਰਖਤ ਦੀ ਕਿੰਨੀ ਉਮਰ ਹੁੰਦੀ ਆ ਤੇ ਅੰਬ ਦੀ ਕਿੰਨੀ ਉਮਰ ਹੁੰਦੀ ਆ, ਅੰਬ ਕਿਹੜੀ ਕਿਹੜੀ ਵੈਰਾਈਟੀ ਦੇ ਨੇ, ਕਿਹੜੀ ਕਿਹੜੀ ਨਸਲ ਦੇ ਅੰਬ ਨੇ, ਉਹ ਅੱਜ ਸਾਰੇ ਜਿਹੜੇ ਇਸ ਬਾਗ 'ਚ ਮੌਜੂਦ ਨੇ ਤੁਹਾਨੂੰ ਲਾਈਵ ਅਸੀਂ ਟੈਲੀਵਿਜ਼ਨ। ਅਸੀਂ ਅੱਜ ਫੈਸਲਾਬਾਦ ਦੀ ਧਰਤੀ ਹੈ, ਸਮੁੰਦਰੀ ਦਾ ਪਿੰਡ ਹੈ, ਚੱਕ ਨੰਬਰ 204। ਮੈਂ ਦੱਸਣਾ ਸ਼ਫਕਤ ਖਾਨ ਸਾਹਿਬ ਦੇ, ਬਾਬੇ ਸ਼ਫਕਤ ਖਾਨ ਦੇ ਡੇਰੇ ਦੇ ਉੱਤੇ ਮੌਜੂਦ ਹਾਂ, ਚੌਰੀ ਮਨੀਰ ਖਾਨ ਸਾਹਿਬ ਦੇ ਡੇਰੇ ਦੇ ਉੱਤੇ। ਤੇ ਅੱਜ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਇਸ ਬਾਗ ਦੀ ਖਸੂਸੀਅਤ। ਇਸ ਬਾਗ 'ਚ ਮਾਸ਼ਾਅੱਲਾ ਜੀ ਇੱਕ ਮੈਂ ਹੋਰ ਵੀ ਦੱਸਣਾ ਚਾਹੁੰਦਾ, ਮੈਨੂੰ ਸ਼ੱਕ ਆਹ ਜਿਹੜਾ ਬੂਟਾ, ਅਗਰ ਮੇਰਾ ਕੈਮਰਾਮੈਨ ਤੁਹਾਨੂੰ ਦਿਖਾ ਸਕੇ, ਆਹ ਮਹਿੰਦੀ ਦਾ ਬੂਟਾ ਲੱਗਦਾ, ਲੇਕਿਨ ਫਿਰ ਵੀ ਅਸੀਂ ਬਾਗਮਾਨ ਸਾਹਿਬ ਨੂੰ ਪੁੱਛਦੇ ਹਾਂ ਜਿਹੜੇ ਇੱਥੇ ਮੌਜੂਦ ਨੇ, ਉਹਨਾਂ ਨਾਲ ਵੀ ਗੱਲਾਂ ਬਾਤਾਂ ਕਰਦੇ ਹਾਂ, ਉਹਨਾਂ ਨੂੰ ਵੀ ਸਾਰਾ ਪੁੱਛਦੇ ਹਾਂ, ਉਹ ਵੀ ਮੈਂ ਤੁਹਾਨੂੰ ਦਿਖਾਉਣਾ। ਤੇ ਉਸ ਤੋਂ ਬਾਅਦ ਅੰਬਾਂ ਦੀ ਬੜੀ ਵੈਰਾਈਟੀ ਲੱਗੀ ਹੋਈ ਹੈ ਜੀ, ਅੰਬਾਂ ਦੀ ਵੈਰਾਈਟੀ ਦੇ ਬਾਰੇ 'ਚ ਵੀ ਤੁਹਾਨੂੰ ਦੱਸਦੇ ਹਾਂ। ਤੇ ਇਸ ਤੋਂ ਬਾਅਦ ਜਨਾਬ ਮੈਂ ਤੁਹਾਨੂੰ ਜਾ ਕੇ ਬਾਗਮਾਨ ਜਿਹੜੇ ਜਿਨ੍ਹਾਂ ਨੇ ਖਰੀਦਿਆ ਹੋਇਆ ਉਹਨਾਂ ਦੇ ਨੂੰ ਵੀ ਪੁੱਛਦੇ ਆ, ਉਹਨਾਂ ਨੂੰ ਨਾਲ ਲੈ ਕੇ ਇਹਦੀ ਵੈਰਾਈਟੀ ਜਿੰਨੀ ਆ ਉਹ ਵੀ ਤੁਹਾਨੂੰ ਸਾਰੀ ਅੱਜ ਦਿਖਾਉਂਦੇ ਆ। ਆਹ ਡੋਕੇ ਆ ਗਰਮੀਆਂ ਦਾ ਖਾਸ ਤੋਹਫਾ, ਜਿਹੜੇ ਖਾਣ ਵਾਸਤੇ ਜਨਾਬ ਫੁੱਲ ਗੁਲਾਬ ਦੇ ਇੱਥੇ ਲੱਗੇ ਹੋਏ ਨੇ। ਬੜਾ ਹੀ ਜ਼ਬਰਦਸਤ ਬਾਗ ਹੈ, ਲੇਕਿਨ ਏਦਾਂ ਦਾ ਬਾਗ ਵੀ ਅੱਜ ਦੇ ਨਜ਼ਰ ਨਹੀਂ ਆਉਂਦਾ। ਇਹ ਤਹਿਸੀਲ ਸਮੁੰਦਰੀ ਦੇ ਪਿੰਡ ਹੈ, ਚੱਕ ਨੰਬਰ 204, ਬਾਬੇ ਸ਼ਫਕਤ ਦਾ ਡੇਰਾ ਜੀ, ਸ਼ਫਕਤ ਖਾਨ ਸਾਹਿਬ ਦਾ ਡੇਰਾ ਹੈ ਜੀ, ਉਹਨਾਂ ਦੇ ਮੈਂ ਮੌਜੂਦ ਹਾਂ। अस्सलाम वालेकुम ਜੀ, ਕੀ ਹਾਲ ਹੈ ਜੀ? ਠੀਕ ਠਾਕ ਹੋ? ਠੀਕ ਹੈ ਜਨਾਬ। ਅੱਛਾ ਸਰ, ਕੀ ਨਾਂ ਤੁਹਾਡਾ ਜੀ? ਮੁਹੰਮਦ ਅਮੀਨ ਜੀ। ਅਮੀਨ ਸਾਹਿਬ, ਬਾਗ ਤੁਸੀਂ ਖਰੀਦਿਆ ਹੋਇਆ? ਹਾਂਜੀ। ਕਿਹੜੀ ਜਗ੍ਹਾ ਤੋਂ ਤੁਸੀਂ? ਅਸੀਂ 197 ਮਰੀਦ ਵਾਲਾ ਤੋਂ। ਅੱਛਾ, 197 ਤੋਂ। ਇਹ ਬਾਗ ਦਾ ਜਨਾਬ ਜਿਹੜੇ ਮਾਲਕ ਨੇ ਉਹ ਆਪਣਾ ਚੌਰੀ ਮਨੀਰ ਖਾਨ ਸਾਹਿਬ ਜੀ ਸਰ। ਅੱਛਾ, ਉਹਨਾਂ ਦੇ ਬਾਬੇ ਦਾ ਨਾਂ ਸੀ, ਵਾਲਿਦ ਦਾ? ਚੌਧਰੀ ਸ਼ਫਕਤ ਖਾਨ। ਚੌਰੀ ਸ਼ਫਕਤ ਖਾਨ। ਚੌਰੀ ਸ਼ਫਕਤ ਖਾਨ ਸਾਹਿਬ ਦੇ ਕਿੰਨੇ ਬੇਟੇ ਨੇ? ਬੇਟੇ ਉਹਨਾਂ ਦੇ ਜੀ ਇੱਕ ਫਰੂਕ ਖਾਨ, ਇੱਕ ਜਵੇਦ ਖਾਨ ਤੇ ਆਪਣੇ ਆਮਰ ਖਾਨ ਤੇ ਮਨੀਰ ਖਾਨ ਜੀ। ਹਾਂ ਮਾਸ਼ਾਅੱਲਾ ਜੀ, ਉਹਨਾਂ ਦੇ ਬੇਟਿਆਂ ਦੇ ਨਾਂ ਦੱਸੇ ਨੇ, ਉਹ ਸਾਡੇ ਨਾਲ ਮੌਜੂਦ ਹੈ। ਅਸੀਂ ਆਏ ਆ ਜੀ ਅੱਜ ਬਾਗ, ਤੁਸੀਂ ਸਾਡੇ ਪ੍ਰੋਗਰਾਮ 'ਚ ਆ ਰਹੇ ਹੋ ਹੱਸਦੇ ਵਸਦੇ ਪੰਜਾਬ। ਅੱਜ ਤੁਹਾਡੇ ਬਾਗ ਦੀ ਜ਼ਰਾ ਸੈਰ ਕਰਨੀ ਆ, ਜ਼ਰਾ ਸਾਨੂੰ ਉਹ ਦਿਖਾਓ ਸਾਡੇ ਨਾਜ਼ਰੀਨ ਨੂੰ, ਉਹ ਅਸੀਂ ਦੇਖਣਾ ਚਾਹੁੰਦੇ ਹਾਂ। ਆ ਜਾਓ। ਅੱਛਾ ਜ਼ਰਾ ਦੱਸੋ ਵੀ ਤੁਹਾਡੇ ਬਾਗ ਦੇ ਵਿੱਚ ਕਿਹੜੀ ਕਿਹੜੀ ਵੈਰਾਈਟੀ ਹੈ, ਤੁਹਾਡੇ ਇਸ ਬਾਗ ਦੇ ਅੰਦਰ ਕਿਹੜੀ ਕਿਹੜੀ ਵੈਰਾਈਟੀ ਲੱਗੀ ਹੋਈ ਹੈ? ਇਹਦੇ ਵਿੱਚ ਬਹੁਤ ਜ਼ਿਆਦਾ ਵੈਰਾਈਟੀਆਂ ਆ। ਇਹਦੇ ਵਿੱਚ ਅਨਵਰ ਟੋਰ ਆ, ਚੌਂਸਾ ਆ, ਸਮਰ ਬਿਸ਼ਕ ਚੌਂਸਾ ਆ ਤੇ ਲੂਤੀਆ ਆ, ਆਪਣੇ ਦੇਸੀ ਆਮ ਆ, ਬਹੁਤ ਵੈਰਾਈਟੀ ਆਲਾ, ਖਜੂਰ ਆ, ਇਹ ਸ਼ਾਮਰਾਂ ਖਜੂਰ ਆ, ਡੋਕਾ ਆ। ਇਸ ਤੋਂ ਇਲਾਵਾ ਹੋਰ ਫਰੂਟ, ਗ੍ਰੇਟ, ਕਿੰਨੂ, ਮਾਲਟਾ ਤੇ ਕਾਫੀ ਇਹਦੇ ਮੈਨੂੰ ਇਹ ਦੱਸੋ ਅਮੀਨ ਸਾਹਿਬ, ਮੈਂ ਜ਼ਰਾ ਇਹ ਵੀ ਪੁੱਛਣਾ ਚਾਹੁੰਦਾ, ਸਾਡੇ ਨਾਜ਼ਰੀਨ ਵੀ ਜਾਣਨਾ ਚਾਹੁੰਦੇ ਨੇ, ਜਿਹੜੇ ਅੰਬ ਦਾ ਬੂਟਾ ਜੀ, ਆਹ ਜਿਹੜਾ ਬੂਟਾ ਅੰਬ ਦਾ, ਇਹਨੂੰ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਤੇ ਕਿੰਨੇ ਸਾਲਾਂ 'ਚ ਤਿਆਰ ਹੋ ਜਾਂਦਾ ਹੈ ਜਦੋਂ ਇਹਨੂੰ ਫਰੂਟ ਲੱਗਦਾ, ਫਲ ਇਹਨੂੰ ਲੱਗਦਾ? ਫਿਰ ਇਹ ਬਹੁਤ ਜ਼ਿਆਦਾ ਮਿਹਨਤ ਮੰਗਦਾ ਜੀ ਅੰਬ ਦਾ ਬੂਟਾ ਜਿਹੜਾ। ਇਹ ਹੁਣ ਤਾਂ ਆਮ ਵੈਰਾਈਟੀ ਚੱਲ ਪਈਆਂ ਜਿਹੜੀਆਂ ਮਜੀਦ ਕਿਸਮ ਦੀਆਂ, ਵੀ ਉਹ 2-3 ਸਾਲ ਤੋਂ ਬਾਅਦ ਵੀ ਫਲ ਚੱਕਣਾ ਸ਼ੁਰੂ ਕਰ ਦਿੰਦੀਆਂ। ਅੱਗੇ ਤਾਂ ਬਹੁਤ ਜ਼ਿਆਦਾ ਮਿਹਨਤ ਸੀ ਇੱਥੇ ਕਰਨਾ ਪੈਂਦੀ। ਹੁਣ ਇਹਨੂੰ ਆਪਣੇ ਕਲਮਾਂ ਕਰਕੇ ਇੱਕ ਖਾਸ ਗੁਲਾਬ ਚੱਲਦਾ ਹੈ, ਛੋਟਾ ਜਿਹਾ ਡੱਕ ਪੌਦਾ ਹੁੰਦਾ ਹੈ, ਉਹਦੇ ਨਾਲ ਅੰਬ ਲੱਗਣਾ ਸ਼ੁਰੂ ਹੋ ਜਾਂਦੇ ਆ। ਇਸ ਤੋਂ ਇਲਾਵਾ ਇੱਕ ਹੋਰ ਹੁੰਦਾ ਹੈ ਆਪਣਾ ਸੁਰਖਾ, ਬੇਨਜ਼ੀਰ ਅੰਬ। ਕਾਫੀ ਵੈਰਾਈਟੀਆਂ ਦੀਆਂ 100 ਦੇ ਲਗਭਗ। ਮੈਂ ਆਪਣੇ ਨਾਜ਼ਰੀਨ ਨੂੰ ਇਹ ਵੀ ਦੱਸਣਾ ਚਾਹੁੰਦਾ, ਥੋੜੀ ਜਿਹੀ ਇਹ ਵੀ ਗੱਲ ਕਰਨਾ ਚਾਹੁੰਦਾ ਜੀ। ਮਾਸ਼ਾਅੱਲਾ ਇਹ ਅੰਬ ਦਾ ਬੂਟਾ ਹੈ, ਇਸ ਅੰਬ ਦੇ ਬੂਟੇ ਨੂੰ ਮੇਰਾ ਕੈਮਰਾਮੈਨ ਤੁਹਾਨੂੰ ਦਿਖਾ ਸਕੇ ਜੀ, ਕਿੱਡਾ ਜ਼ਬਰਦਸਤ ਬੂਟਾ ਜੀ ਅੰਬ ਦਾ। ਉੱਤੇ ਮਖੀਰ ਵੀ ਲੱਗਾ ਹੋਇਆ ਜੀ, ਜ਼ਰਾ ਡਰ ਵੀ ਲੱਗਦਾ ਹੈ ਕਿਤੇ ਉੜ ਨਾ ਜਾਵੇ। ਤੇ ਇਹ ਡੂਮਣਾ ਮਖੀਰ ਜੀ, ਜਦੋਂ ਅੰਬ ਵਗੈਰਾ ਤੁਸੀਂ ਅਮੀਨ ਸਾਹਿਬ ਤੋੜਦੇ ਹੋ ਤੇ ਜੇ ਖੁਦਾ ਨਾ ਖਾਸਤਾ ਉੜ ਜਾਵੇ, ਕੀ ਇਹਦਾ ਇਲਾਜ ਕਰਦੇ? ਇਲਾਜ ਜੀ ਇਹਦਾ ਕੋਈ ਨਹੀਂ ਗਾ ਐਡਾ ਖਾਸ, ਬਸ ਆਪਣੇ ਪਿਆਰ ਦੇ ਨਾਲ ਇੱਕ ਸਾਈਡ ਤੋਂ ਤੋੜ ਲਈਦਾ, ਇੱਧਰ ਛੱਡ ਦਿੰਦੇ ਅੰਬ। ਨਹੀਂ ਤੋੜਨ ਦਿੰਦਾ ਮਗਰ ਪੈ ਜਾਂਦਾ ਆ, ਤੇ ਦੌੜਨਾ ਵੀ ਪੈਂਦਾ ਆ। ਤੇ ਨਹੀਂ ਤਾਂ ਕੋਈ ਮਾਖੀ ਮੁਖੀ ਜਿਹੜੇ ਚਾਹੁੰਦੇ ਉਹਨਾਂ ਕੋਲ, ਫਿਰ ਉਹਨਾਂ ਨੂੰ ਕਹਿੰਦਾ ਹਟਾ ਦਿਓ। ਤੇ ਇਸ ਤਰ੍ਹਾਂ ਕਰਕੇ ਨਹੀਂ ਤਾਂ ਰਹਿ ਵੀ ਜਾਂਦੇ ਅੰਬ, ਛੱਡ ਕੇ ਵੀ ਆਈ ਚਾਹੀਦਾ ਹੈ।
ਅੱਜ ਤੁਹਾਨੂੰ ਦਿਖਾ ਰਹੇ ਹਾਂ 204 ਚੌਰੀ ਮਨੀਰ ਖਾਨ ਦੇ ਡੇਰੇ ਦੀ ਤੁਹਾਨੂੰ ਸਾਰੀ ਸੂਰਤ ਹਾਲ ਦਿਖਾ ਰਹੇ ਹਾਂ। ਆ ਬੜਾ ਹੀ ਜ਼ਬਰਦਸਤ ਬਾਗ ਹੈ ਜੀ, ਬੜੀ ਮਿਹਨਤ ਕੀਤੀ ਹੈ। ਇਹ ਅਮੀਨ ਸਾਹਿਬ ਜ਼ਰਾ ਇਹ ਵੀ ਤੁਸੀਂ ਦੱਸੋ ਵੀ ਪਿਓ ਦਾਦੇ ਦੀ ਮਿਹਨਤ ਹੈ ਜੀ, ਬਾਬਿਆਂ ਨੇ ਮਾਸ਼ਾਅੱਲਾ ਇਹ ਬੂਟਿਆਂ ਨੂੰ ਮਿਹਨਤ ਕਰਕੇ ਹੁਣ ਤੇ ਮਿਹਨਤ ਇੰਨੀ ਕਰਦੇ ਹੀ ਨਹੀਂ, ਕਿਉਂਕਿ ਹੁਣ ਤੇ ਉਹ ਗੱਲਾਂ ਨਹੀਂ ਰਹੀਆਂ, ਉਹ ਬਾਤਾਂ ਨਹੀਂ ਰਹੀਆਂ। ਤੇ ਬੜੀ ਗੱਲ ਹੈ ਕਿ ਸਾਡੇ ਪੰਜਾਬ ਤੇ ਫੈਸਲਾਬਾਦ ਦੀ ਧਰਤੀ ਚੱਕ ਨੰਬਰ 204 ਪਿੰਡ ਦੇ ਅੰਦਰ ਬੜਾ ਜ਼ਬਰਦਸਤ ਬਾਗ ਹੈ। ਲੇਕਿਨ ਹੁਣ ਤੇ ਬਾਗ ਦੇਖਣ ਵਾਸਤੇ ਦਰਖਤ ਦੁਬਾਰਾ ਹਕੂਮਤ ਪਾਕਿਸਤਾਨ ਜਿਹੜੀ ਆ ਉਹ ਦਰਖਤ ਕਹਿੰਦੇ ਲਗਾਓ, ਗ੍ਰੀਨ ਬਣਾਓ ਇਹਨੂੰ। ਤੇ ਲੇਕਿਨ ਬੜੀ ਗੱਲ ਹੈ ਜੀ, ਮਾਸ਼ਾਅੱਲਾ ਜ਼ਬਰਦਸਤ ਹੈ ਬਾਗ। ਇਹਦੇ ਬਾਰੇ ਦੱਸੋ ਜੀ, ਬੂਟਾ ਜਿਹੜਾ ਅੰਬ ਦਾ, ਇਹਦੀ ਕਿੰਨੀ ਉਮਰ ਹੁੰਦੀ ਹੈ? ਉਮਰ ਆਮ ਲਿਹਾਜ਼ ਦੇ ਨਾਲ ਤਾਂ 50 ਕੁ ਸਾਲ ਦੇ ਕਰੀਬ ਹੁੰਦੀ ਆ। ਔਰ ਇਸ ਤੋਂ ਇਲਾਵਾ ਜਿਹੜੇ ਦੇਸੀ ਅੰਬ ਦੇ ਪੌਦੇ ਨਾ ਜੀ, ਉਹਦੀ ਉਮਰ ਜਿਹੜੀ ਆ 70-80 ਸਾਲ ਤੱਕ ਵੀ ਹੋ ਜਾਂਦੀ ਆ। ਬਹੁਤ ਵੱਡੇ ਵੱਡੇ ਹੋ ਜਾਂਦੇ ਬੂਟੇ। ਤੇ ਆ ਜਿਹੜੇ ਆਮ ਕਲਮੀ ਚੱਲਦੇ ਆ, ਇਹਨਾਂ ਦੀ ਉਮਰ ਕੁਝ ਘੱਟ ਹੁੰਦੀ ਆ, ਇਹਨਾਂ ਨੂੰ ਥੱਲੇ ਜੜ੍ਹਾਂ ਨੂੰ ਕੁਝ ਲੱਗ ਜਾਂਦਾ। ਲੇਕਿਨ ਇਹ ਜਿਹੜੇ ਹਾਜੀ ਸਾਹਿਬ ਮਨੀਰ ਸਾਹਿਬ ਨਾ ਜੀ, ਇਹ ਬਾਗ ਦੀ ਖਿਦਮਤ ਬਹੁਤ ਕਰ ਰਹੇ ਆ, ਬਹੁਤ ਸੇਵਾ ਕਰਦੇ ਆ, ਪਾਣੀ ਬੜੇ ਅੱਛੇ ਤਰੀਕੇ ਨਾਲ ਲਾਉਂਦੇ ਆ, ਖਾਦ ਪਾਉਂਦੇ ਆ, ਸਪਰੇਆਂ ਕਰਦੇ ਆ। ਇਸ ਤੋਂ ਆਪ ਦੇਖ ਰਹੇ ਆ ਵੀ ਬਾਗ ਬਹੁਤ ਹਰਾ ਭਰਾ ਆ ਤੇ ਬਹੁਤ ਕੀਮਤੀ ਬਾਗ ਆ। 30-35-40 ਲੱਖ ਦਾ ਵੀ ਵਿਕ ਜਾਂਦਾ ਹੈ, ਬਹੁਤ ਜ਼ਿਆਦਾ ਰਕਬਾ ਬਾਗ ਦਾ। ਤੇ ਕਿੰਨੇ ਖੇਤਾਂ ਦੇ ਵਿੱਚ ਕਿੰਨੇ? 18 ਖੇਤ ਜਿਹੜੇ ਆ, 18 ਏਕੜ ਬਾਗ ਅੰਬ ਦਾ ਜੀ। ਤੇ ਕੋਈ ਡੋਕੇ ਜਿਹੜੇ ਆ ਇਹ 2-2.5 ਖੇਤ ਉਹ ਆ ਇਹਦੇ ਵਿੱਚ। ਇਸ ਤੋਂ ਇਲਾਵਾ ਫਿਰ ਅੱਧਾ ਮੁਰੱਬਾ ਜਿਹੜਾ ਆ ਉਹ ਆਪਣਾ 12 ਏਕੜ ਜਿਹੜੇ ਆ ਕਿੰਨੂ, ਗ੍ਰੇਟ, ਮਾਲਟਾ ਫਰੂਟ, ਇਹ ਚੀਜ਼ਾਂ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਅਗਰ ਮੇਰਾ ਕੈਮਰਾਮੈਨ ਦਿਖਾ ਸਕੇ ਜੀ, ਆ ਅੰਬ ਦਾ ਬੂਟਾ ਦੇਖੋ ਜੀ, ਮਾਸ਼ਾਅੱਲਾ ਕੁਦਰਤੀ ਛਾਂ ਵੇਖੋ ਥੱਲੇ, ਕਿੰਨੀ ਪਿਆਰੀ ਛਾਂ ਹੈ ਜੀ। ਤੇ ਅਗਰ ਮੇਰਾ ਕੈਮਰਾਮੈਨ ਤੁਹਾਨੂੰ ਦਿਖਾ ਸਕੇ ਆ ਬੂਟੇ ਨੂੰ ਦੇਖੋ ਜੀ, ਜ਼ਬਰਦਸਤ ਅੱਲਾਹ ਪਾਕ ਦਾ ਨਿਜ਼ਾਮ ਵੇਖੋ। ਤੇ ਥੱਲੇ ਇਸ ਤਰ੍ਹਾਂ ਹੀ ਹੈ ਜੀ, ਬਿਲਕੁਲ ਜਿਸ ਤਰ੍ਹਾਂ ਸ਼ਾਮ, ਮੈਂ ਕਹਿੰਦਾ ਬੜਾ ਜ਼ਬਰਦਸਤ ਮਾਹੌਲ ਹੈ, ਬੜਾ ਪਿਆਰਾ। ਤੇ ਜਿਹੜੇ ਸਾਡੇ ਦੋਸਤ ਅਹਿਬਾਬ ਦੂਸਰੇ ਮੁਲਕਾਂ ਦੇ ਵਿੱਚ ਸਾਡਾ ਪ੍ਰੋਗਰਾਮ ਦੇਖਦੇ, ਉਹ ਜਦੋਂ ਪਾਕਿਸਤਾਨ ਆਉਣ ਜਨਾਬ ਜ਼ਰੂਰ ਵਿਜ਼ਿਟ ਕਰਿਆ ਕਰਨ ਇਸ ਜ਼ਮੀਨਾਂ ਦਾ, ਇਹ ਮੁਰੱਬਿਆਂ ਦਾ, ਇਹ ਖੇਤਾਂ ਦਾ, ਕਿਉਂਕਿ ਅਸੀਂ ਇਹ ਖੇਤ ਦਿਖਾ ਰਹੇ ਹਾਂ। ਇਹ ਹੱਸਦੇ ਵਸਦੇ ਪੰਜਾਬ ਦੇ ਅੰਦਰ, ਇਹ ਸਾਡੇ ਪੰਜਾਬ ਦੀ ਸ਼ਾਨ ਹੈ ਜੀ, ਸਾਡੇ ਪੰਜਾਬ ਪਾਕਿਸਤਾਨ ਦੀ ਪਹਿਚਾਨ ਹੈ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਤੇ ਅੱਗੇ ਅਸੀਂ ਤੁਹਾਨੂੰ ਅੰਬ ਦਿਖਾਣੇ ਆ, ਅੰਬ ਲੱਗੇ ਹੋਏ ਦਿਖਾਣੇ ਆ, ਡੋਕਿਆਂ ਦੇ ਬਾਰੇ ਚ ਵੀ ਦੱਸਦੇ ਆ, ਡੋਕੇ ਵੀ ਤੁਹਾਨੂੰ ਦਿਖਾਣੇ ਆ। ਤੇ ਅਸੀਂ ਆ ਡੋਕਿਆਂ ਦੇ ਛੋਟੇ ਛੋਟੇ ਦਰਖਤ ਆ ਜੀ। ਇਹ ਅਗਰ ਮੇਰਾ ਕੈਮਰਾਮੈਨ, ਇਹਨੂੰ ਕਿਹੜਾ ਡੋਕਾ ਕਹਿੰਦੇ ਆ ਜੀ? ਇਹ ਹੈ ਜੀ ਸ਼ਾਮਰਾਨ ਡੋਕਾ ਜਿਹੜਾ। ਅੱਛਾ ਅੱਛਾ ਅੱਛਾ, ਹਾਂਜੀ। ਇਹ ਆ ਜੀ ਜ਼ਰਾ ਮੈਂ ਤੁਹਾਨੂੰ ਦਿਖਾਣਾ ਚਾਹੁੰਦਾ, ਇਹ ਆ ਜਿਹੜਾ ਜੀ ਸ਼ਾਮਰਾਨ ਡੋਕਾ ਹੈ ਜੀ। ਇਹ ਜਿਹੜੇ ਸਾਡੇ ਨਾਜ਼ਰੀਨ ਦੇਖ ਰਹੇ ਨੇ, ਆ ਸ਼ਾਮਰਾਨ ਡੋਕਾ ਬੜਾ ਹੀ ਜ਼ਬਰਦਸਤ ਹੈ ਜੀ। ਖਾਣ ਵਾਸਤੇ ਕਿੱਦਾਂ ਦਾ ਲੱਗਦਾ ਜੀ? ਇਹ ਬਹੁਤ ਲਜ਼ੀਜ਼ ਆ ਜੀ ਇਹ। ਲੋ ਜੀ, ਕਹਿੰਦੇ ਆ ਖਾਣ ਵਾਸਤੇ ਵੀ ਬੜਾ ਲਜ਼ੀਜ਼ ਆ। ਲੇਕਿਨ ਇਹ ਵੀ ਮੈਂ ਤੁਹਾਨੂੰ ਦਿਖਾਣਾ, ਮੈਂ ਚੱਕ ਵੀ ਕਰਕੇ ਦੇਖ ਲਾਂ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਵਾਕਈ ਜੀ ਸਵਾਦ ਵੱਖਰਾ ਜੇ, ਪੂਰੀ ਚਾਸ ਸੇ, ਕੀ ਬਾਤ ਹੈ। ਇਹ ਛੋਟੇ ਛੋਟੇ ਬੂਟਿਆਂ ਨੂੰ ਲੱਗੇ ਹੋਏ ਆ ਜੀ, ਇਹਦੇ ਬਾਰੇ ਚ ਕੀ ਕਹਿੰਦੇ? ਇਹ ਵੈਰਾਈਟੀਆਂ ਦਾ ਹਿਸਾਬ ਹੈ ਜੀ। ਇਹ ਜਿਹੜੀਆਂ ਵੈਰਾਈਟੀਆਂ ਡੋਕੇ ਦੀਆਂ ਕਾਫੀ ਆ। ਇੱਕ ਸਵਾਰੇ ਵਾਲਾ ਆ, ਕੁਝ ਪੌਦੇ ਜਿਹੜੇ ਆ ਉਹ ਦੇਰ ਨਾਲ ਤਿਆਰ ਹੁੰਦੇ ਆ ਤੇ ਉਹ ਫਲ ਬਾਅਦ ਚ ਚੱਕਦੇ ਆ। ਆ ਹੈਗੇ ਬਹੁਤ ਛੋਟੇ ਛੋਟੇ ਪੌਦੇ, ਇਹਨਾਂ ਨੂੰ ਥੋੜੇ ਸਾਲ ਹੋਏ ਆ, ਗੱਲ ਕੀਤਾ 4-5 ਸਾਲ ਦੇ ਲਗਭਗ ਹੋਏ ਆ। ਇਹ ਕਾਫੀ ਫਲ ਚੱਕੀ ਖੜੇ ਆ। ਤੇ ਬਾਕੀ ਜਿਹੜੇ ਆਮ ਪੌਦੇ ਆ ਉਹ ਵੱਡੀਆਂ ਖਜੂਰਾਂ ਹੋ ਜਾਂਦੀਆਂ, ਫੇਰ ਚੱਕਣਾ ਸ਼ੁਰੂ ਕਰਦੇ ਆ। ਇਹਨਾਂ ਦੇ ਫਿਰ ਕੱਦ ਜ਼ਿਆਦਾ ਹੁੰਦੇ ਜਾਂ ਇੱਥੇ ਤਾਂ ਹੀ ਰਹਿ ਜਾਂਦੇ ਨੇ? ਨਹੀਂ, ਕੱਦ ਜ਼ਿਆਦਾ ਹੁੰਦੇ, ਇਹਨਾਂ ਦੇ ਕੱਦ ਜ਼ਿਆਦਾ ਹੁੰਦੇ ਜਿਸ ਤਰ੍ਹਾਂ ਪਹਿਲੀਆਂ ਖਜੂਰਾਂ ਦੇ ਹੁੰਦੇ ਸੀ। ਕੱਦ ਵੱਧਦਾ ਇਹਦਾ, ਜਿੱਦਾਂ ਜਿੱਦਾਂ ਵੱਧਦਾ ਜਾਣਾ, ਜਿਹੜਾ ਫਲ ਆ ਉਹ ਵੀ ਵੱਧਦਾ ਜਾਣਾ। ਉਹ ਫਲ ਵੀ ਵੱਧਦਾ ਜਾਣਾ। ਅੱਛਾ, ਜਿੱਦਾਂ ਜਿੱਦਾਂ ਵੱਧਦਾ ਜਾਣਾ ਜੀ, ਉਹ ਵੀ ਫਲ ਵੀ ਵੱਧਦਾ ਜਾਣਾ। ਆ ਖਜੂਰਾਂ ਜੀ, ਮਾਸ਼ਾਅੱਲਾ ਜੀ, ਬੜੀ ਮਿਹਨਤ ਹੈ ਇਹਨਾਂ ਦੀ। ਮੈਂ ਕਹਿੰਦਾ ਜੀ ਸਲਾਮ ਕਰਦੇ ਆ ਪੇਸ਼ ਮਨੀਰ ਖਾਨ ਸਾਹਿਬ ਨੂੰ ਕਿ ਜਿਹੜੀ ਉਹਨਾਂ ਨੇ ਇੰਨੀ ਮਿਹਨਤ ਕਰ ਰਹੇ ਨੇ ਜਨਾਬ। ਇੱਕ ਬਾਗ ਨੂੰ ਬੜਾ ਹੀ ਖੂਬਸੂਰਤ ਬਾਗ ਬਣਾਇਆ ਹੋਇਆ ਉਹਨਾਂ ਨੇ, ਬੜਾ ਹੀ ਜ਼ਬਰਦਸਤ ਬਾਗ ਹੈ। ਤੁਸੀਂ ਮਾਸ਼ਾਅੱਲਾ ਇਸ ਤਰ੍ਹਾਂ ਹੀ ਦੇਖਣ ਵਾਸਤੇ, ਇਹਨੂੰ ਇੰਜੋਏ ਕਰਨ ਵਾਸਤੇ ਜਿਹੜੇ ਮੇਰੇ ਦੋਸਤ ਭਰਾ, ਮੇਰੇ ਵੀਰ ਇੱਥੋਂ ਕਿਤੇ ਗੁਜ਼ਰ ਹੋਵੇ, ਫੈਸਲਾਬਾਦ ਦੀ ਤਹਿਸੀਲ ਸਮੁੰਦਰੀ, ਰਿਜਾਣਾ ਰੋਡ, ਅੱਡਾ ਖਿੱਦਰ ਵਾਲਿਆਂ ਦੇ ਕੋਲ ਇਹ ਬਾਗ ਹੈ। ਬੜਾ ਹੀ ਸ਼ਾਨਦਾਰ ਬਾਗ ਹੈ, ਬੜਾ ਹੀ ਪਿਆਰਾ ਬਾਗ ਹੈ। ਤੇ ਉਹ ਵੀ ਤੁਹਾਨੂੰ ਦਿਖਾਉਂਦੇ। ਅੱਛਾ, ਉਸ ਤੋਂ ਬਾਅਦ ਜੀ ਅੰਬਾਂ ਦੇ ਬੂਟੇ ਵੀ ਆ ਗਏ ਨੇ, ਇਹਨਾਂ ਬਾਰੇ ਵੀ ਥੋੜੀ ਜਿਹੀ ਗੱਲ ਕਰ ਲਈਏ ਜੀ। ਜੀ ਮੈਂ ਸਾਰੇ ਵੀਰਿਆਂ ਭਰਾਵਾਂ ਨੂੰ ਦੱਸਣਾ ਚਾਹੁੰਦਾ, ਦੇਖੋ ਜੀ ਆਹ ਕੁਦਰਤੀ ਅੰਬ ਜਿਹੜਾ ਤਬਕਿਆ ਹੋਇਆ ਅੰਬ ਹੈ, ਇਹ ਉਹ ਅੰਬ ਹੈ ਜਿਹੜਾ ਹੁਣ ਉੱਤੋਂ ਡਿੱਗਿਆ ਜੀ, ਨਾਮ ਮੈਂ ਆਪਣੇ ਹੱਥ 'ਚ ਪਕੜਿਆ ਹੋਇਆ। ਉਹ ਅੰਬ ਹੈ, ਠੀਕ ਹੈ। ਇੱਕ ਅਸੀਂ ਮਸਾਲਾ ਲਾ ਕੇ ਪਕਾਇਆ ਜਾਂਦਾ, ਉਹ ਖਿਲਾਇਆ ਜਾਂਦਾ, ਜਿਹੜਾ ਮਾਰਕੀਟ 'ਚ ਤਕਰੀਬਨ ਆਉਂਦਾ, ਲੇਕਿਨ ਤਬਕਿਆ ਹੋਇਆ ਅੰਬ ਨਹੀਂ ਮਿਲਦਾ। ਆਹ ਤਬਕਿਆ ਹੋਇਆ ਅੰਬ ਜਿਹੜਾ ਮੇਰੇ ਹੱਥ 'ਚ ਆ, ਇਹ ਕੁਦਰਤੀ ਉੱਪਰੋਂ ਡਿੱਗਿਆ, ਪੱਕ ਕੇ ਡਿੱਗਿਆ। ਤੇ ਉਹ ਅੰਬ ਹੈ, ਜੇ ਅਗਰ ਮੇਰਾ ਕੈਮਰਾਮੈਨ ਤੁਹਾਨੂੰ ਕਲੋਜ਼ ਕਰਕੇ ਇਹਨੂੰ ਨਜ਼ਦੀਕ ਕਰਕੇ ਵੀ ਦਿਖਾ ਸਕੇ, ਉਹ ਅੰਬ ਹੈ ਜੀ ਜਿਹੜਾ ਤਬਕਿਆ ਹੋਇਆ, ਕੁਦਰਤੀ ਤਬਕਿਆ ਹੋਇਆ ਜਨਾਬ, ਜਿਹੜਾ ਬੂਟੇ ਦੇ ਉੱਪਰ ਪੱਕਿਆ ਹੋਇਆ, ਉਹ ਅੰਬ ਹੈ। ਤੇ ਉਸ ਤੋਂ ਬਾਅਦ ਮੈਂ ਅਗਰ ਕੈਮਰਾਮੈਨ ਦਿਖਾਇਆ ਜੀ, ਆ ਕੱਚੇ ਅੰਬ ਲੱਗੇ ਹੋਏ ਨੇ, ਇਹਨਾਂ ਬਾਰੇ ਵੀ ਤੁਹਾਨੂੰ ਮੈਂ ਦੱਸਦਾ ਜਾਵਾਂ। ਆ ਕੱਚੇ ਅੰਬ ਨੇ ਜੀ, ਆ ਦੇਖੋ,
ਇਹ ਨਸਲ ਤਾਂ ਮੈਂ ਪੁੱਛੂੰਗਾ ਜੀ ਕਿਹੜੀ ਹੈ, ਕਿਉਂਕਿ ਨਸਲ ਦੇ ਬਾਰੇ ਚ ਮੈਨੂੰ ਨਹੀਂ ਪਤਾ। ਇਹ ਤਾਂ ਆਪਣੇ ਅਮੀਨ ਸਾਹਿਬ ਹੀ ਦੱਸ ਸਕਣਗੇ, ਠੇਕੇਦਾਰ ਸਾਹਿਬ ਵੀ। ਅਮੀਨ ਸਾਹਿਬ ਕਿਹੜੀ ਨਸਲ ਆ ਜੀ ਇਹ? ਇਹਨੂੰ ਜੀ ਸਫੈਦ ਚੌਂਸਾ ਕਹਿੰਦੇ ਆ ਜੀ। ਆ ਕੱਚਾ ਅੰਬ ਜਿਹੜਾ ਲੱਗਾ ਹੋਇਆ ਹੈ ਇਹਨੂੰ ਸਫੈਦ ਚੌਂਸਾ ਕਹਿੰਦੇ ਆ। ਅਗਰ ਮੇਰਾ ਕੈਮਰਾਮੈਨ ਦਿਖਾ ਸਕੇ ਜੀ, ਮਾਸ਼ਾਅੱਲਾ ਕਿੱਡਾ ਹੀ ਜ਼ਬਰਦਸਤ ਬੂਟਾ ਹੈ ਤੇ ਕਿੰਨੇ ਜ਼ਬਰਦਸਤ ਅੰਬ ਲੱਗੇ ਹੋਏ ਨੇ। ਆ ਸਫੈਦ ਚੌਂਸਾ ਜੀ, ਜਿਹਨਾਂ ਸਫੈਦ ਚੌਂਸਾ ਅੰਬ ਹੈ, ਬੜਾ ਹੀ ਜ਼ਬਰਦਸਤ ਹੈ, ਬਹੁਤ ਹੀ ਪਿਆਰਾ ਅੰਬ ਹੈ ਤੇ ਮਾਸ਼ਾਅੱਲਾ ਦੇਖਣ ਨੂੰ ਵੀ ਬੜਾ ਖੂਬਸੂਰਤ ਹੈ, ਖਾਣ ਨੂੰ ਵੀ ਬੜਾ ਲਜ਼ੀਜ਼ ਹੈ, ਬੜਾ ਮਿਠਾਸ ਹੈ ਇਹਦੇ ਚ ਤੇ ਬਹੁਤ ਹੀ ਜ਼ਬਰਦਸਤ ਹੈ। ਤੇ ਆ ਅਸੀਂ ਜਿਹੜੇ ਤੁਹਾਨੂੰ ਲਾਈਵ ਸਾਨੂੰ ਸਕਰੀਨ ਤੇ ਦਿਖਾ ਰਹੇ ਨੇ ਜੀ ਆ ਚੌਂਸਾ। ਅੱਛਾ, ਇਹਦੇ ਬਾਰੇ ਦੱਸੋ ਜੀ, ਇਹ ਕਿੰਨੀ ਦੇਰ 'ਚ ਤਿਆਰ ਹੋ ਜਾਂਦਾ? ਉੱਪਰ ਕਿੰਨੀ ਦੇਰ ਤਪਕਣਾ ਸ਼ੁਰੂ ਹੋ ਜਾਂਦਾ? ਬਾਜੀ ਹੁਣ ਇਹਦਾ ਟਾਈਮ ਆ ਗਿਆ ਹੈ, ਇਹ ਟਪਕਣਾ ਸ਼ੁਰੂ ਹੋ ਗਿਆ ਆ ਜੀ ਜੀ। ਤੇ ਉਦਾਂ ਤਾਂ ਕਾਫੀ ਦੇਰ ਅਜੇ ਮਹੀਨਾ ਕੱਢ ਜਾਣਾ ਤੇ ਪੱਕਦੇ ਆ, ਤੋੜਦੇ ਆ, ਕਰਦੇ ਆ। ਅੱਛਾ, ਤਪਕਿਆ ਹੋਏ ਅੰਬ ਦੀ ਜਿਹੜੀ ਪੇਟੀ ਤੁਸੀਂ ਉਹ ਕਿੰਨੇ ਦੀ ਸੇਲ ਕਰਦੇ? ਉਹ ਆਮ ਸੇਲ 300-350 ਰੁਪਏ ਤੱਕ ਸੇਲ ਹੋ ਰਹੀ ਆ। ਅੱਛਾ, 350। ਤੇ ਜਿਹੜੀ ਪੈਲ ਦੀ ਆ ਉਹ ਕੋਈ 400-450 ਦੀ। ਅੱਛਾ, ਜਿਹੜੀ ਆ ਤਪਕੇ ਹੋਏ ਦੀ ਇਹ ਕਿਉਂ ਸਸਤੀ ਆ ਤੇ ਦੂਜੀ ਕਿਉਂ ਮਹਿੰਗੀ? ਇਹਦੇ ਬਾਰੇ ਜ਼ਰਾ ਦੱਸੋ। ਇਹਦੇ ਵਿੱਚ ਕੁਝ ਦਾਣੇ ਖਰਾਬ ਹੋ ਜਾਂਦੇ ਆ ਗਿਰ ਕੇ। ਅੱਛਾ ਅੱਛਾ ਅੱਛਾ, ਉੱਪਰੋਂ ਜਦੋਂ ਥੱਲੇ ਡਿੱਗਦੇ ਨੇ ਉਹ ਖਰਾਬ ਹੋ ਜਾਂਦੇ ਨੇ? ਹਾਂਜੀ, ਉਹ ਦਬ ਜਾਂਦੇ ਆ ਤੇ ਉਹ ਇਸ ਤੋਂ ਖਰਾਬ ਹੋ ਜਾਂਦੇ ਆ। ਜਿਹੜੀ ਪੈਲ ਦਾ ਦਾਣਾ ਹੁੰਦਾ ਆ ਉਹ ਸਾਫ਼ ਹੁੰਦਾ ਆ, ਸੋਹਣਾ ਹੁੰਦਾ ਹੈ, ਇਸ ਤੋਂ ਉਹਦੀ ਕੁਝ ਕੀਮਤ ਇਹਦੇ ਨਾਲ ਜ਼ਿਆਦਾ ਹੁੰਦੀ ਆ। ਇਹ 8-9 ਘੰਟੇ ਤੋਂ ਬਾਅਦ ਤਕਰੀਬਨ ਕੁਝ ਦਾਣੇ ਦੇ ਵਿੱਚ ਡਾਪਰ ਵੀ ਜਾਂਦੇ ਆ, ਉਹ ਖਾਣੇ ਦੇ ਕਾਬਿਲ ਨਹੀਂ ਰਹਿੰਦੇ। ਠੀਕ ਹੋ ਗਿਆ। ਅੱਜ ਬੜੀ ਅੱਛੀ ਅਮੀਨ ਸਾਹਿਬ ਨੇ ਗੱਲ ਦੱਸੀ ਹੈ। ਹੁਣ ਮੈਂ ਤੁਹਾਨੂੰ ਅਗਲੇ ਬੂਟੇ ਕੋਲ ਲੈ ਕੇ ਚੱਲਦਾ। ਅਮੀਨ ਸਾਹਿਬ, ਆ ਜ਼ਰਾ ਦੱਸੋ ਆਪਣਾ ਆ ਜਿਹੜਾ ਬੂਟਾ ਵਾ ਇਹ ਕਿਹੜੀ ਨਸਲ ਹੈ? ਇਹ ਬੜਾ ਜ਼ਬਰਦਸਤ ਅੰਬ ਹੈ ਜੀ, ਅਗਰ ਮੇਰਾ ਕੈਮਰਾਮੈਨ ਦਿਖਾ ਸਕੇ। ਇਹ ਮਾਸ਼ਾਅੱਲਾ ਜੀ, ਇਹ ਆ ਦੇਖੋ ਕਿੱਡਾ ਜ਼ਬਰਦਸਤ ਲੱਗਾ ਹੋਇਆ ਜੀ, ਕਿੱਡੇ ਪਿਆਰੇ ਪਿਆਰੇ ਅੰਬ ਹੈ। ਕੱਚੇ ਨੇ ਜੀ, ਕੱਚੇ ਤਾਂ ਜਿਹੜੇ ਮੈਂ ਕਹਿੰਦਾ ਕਈਆਂ ਨੂੰ ਬੜਾ ਸ਼ੌਕ ਹੁੰਦਾ ਕੱਚੇ ਅੰਬ ਖਾਣ ਦਾ, ਤੇ ਜਿਹੜੇ ਕਿਸੇ ਦਾ ਦਿਲ ਕਰਦਾ ਹੈ ਕੱਚੇ ਖਾਣ ਨੂੰ, ਉਹ ਜਨਾਬ ਤਸ਼ਰੀਫ ਲੈ ਕੇ ਜ਼ਰੂਰ ਆਉਣ, ਇਸ ਬਾਗ ਦਾ ਨਜ਼ਾਰਾ ਵੇਖਣ। ਇਹ ਆਹ ਵੇਖੋ ਜੀ, ਆ ਮਾਸ਼ਾਅੱਲਾ ਵੇਖੋ ਜੀ ਕਿੱਡੇ ਪਿਆਰੇ ਦੋ ਅੰਬ ਨੇ, ਕਿੱਡੇ ਜ਼ਬਰਦਸਤ ਨੇ, ਕਿੱਡੇ ਮੋਟੇ। ਇਹ ਕਿਹੜੀ ਨਸਲ ਹੈ ਜੀ? ਇਹ ਫਜਰੀ ਹੈ ਜੀ ਅੰਬ। ਆ ਫਜਰੀ ਨਸਲ ਦਾ ਅੰਬ ਹੈ ਜੀ, ਫਜਰੀ, ਜਿਹਨੂੰ ਅਸੀਂ ਫਜਰੀ ਕਹਿੰਦੇ ਆ। ਉਹ ਲੱਗੇ ਜੀ ਮਾਸ਼ਾਅੱਲਾ, ਸੋਹਣਾ ਬੂਟਾ ਹੁੰਦਾ ਹੈ, ਵੀ ਬੜਾ ਜ਼ਬਰਦਸਤ ਹੈ ਜੀ ਤੇ ਸੋਹਣੇ ਅੰਬ ਲੱਗੇ ਆ। ਅਗਰ ਮੇਰਾ ਕੈਮਰਾਮੈਨ ਤੁਹਾਨੂੰ ਦਿਖਾ ਸਕੇ ਤੇ ਇਹ ਅੰਬ ਬੜੇ ਹੀ ਜ਼ਬਰਦਸਤ ਹੈ ਤੇ ਬਹੁਤ ਹੀ ਪਿਆਰਾ ਬਾਗ ਹੈ ਮਾਸ਼ਾਅੱਲਾ, ਬਹੁਤ ਸੋਹਣਾ ਬਾਗ ਹੈ ਜੀ। ਲੇਕਿਨ ਬੜੀ ਗੱਲ ਹੈ ਜੀ, ਬੜੀ ਹਿੰਮਤ ਹੈ ਮਨੀਰ ਖਾਨ ਸਾਹਿਬ ਦੀ, ਜਿਨ੍ਹਾਂ ਨੇ ਇਹਨੂੰ ਸੰਭਾਲਿਆ ਹੋਇਆ, ਨਹੀਂ ਤਾਂ ਅੱਜ ਕੱਲ੍ਹ ਤੇ ਸੰਭਾਲਣਾ ਹੀ ਬੜਾ ਮੁਸ਼ਕਲ ਹੋ ਜਾਂਦਾ ਜੀ। ਹਾਂਜੀ ਹਾਂਜੀ, ਬਿਲਕੁਲ ਇਦਾਂ ਹੈ ਜੀ। ਜਿਹੜੇ ਅੱਲਾਹ ਤਾਲਾ ਜੀ ਤੰਦਰੁਸਤ ਹੋਏ ਮਾਲਕ ਨੂੰ, ਹਾਜੀ ਮਨੀਰ ਖਾਨ ਨੂੰ, ਬਹੁਤ ਅੱਛੇ ਆਦਮੀ ਆ ਤੇ ਵੈਸੇ ਵੀ ਠੇਕੇਦਾਰਾਂ ਨਾਲ ਵੀ ਬਹੁਤ ਸ਼ਫਕਤ ਕਰਦੇ ਆ, ਪਿਆਰ ਕਰਦੇ ਆ। ਤੇ ਅਸੀਂ ਆਮ ਤੁਹਾਨੂੰ ਪਤਾ ਹੀ ਹੈ ਜੀ, ਬਾਹਰ ਅੰਦਰ ਵੀ ਬਾਗ ਲੈਂਦੇ ਰਹਿੰਦੇ ਆ, ਲੇਕਿਨ ਇਹ ਜਿਹੜੇ ਹਾਜੀ ਸਾਹਿਬ ਆ ਬਹੁਤ ਅੱਛੇ ਆਦਮੀ ਆ, ਸ਼ਰੀਫ ਆਦਮੀ ਆ, ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਇੱਥੇ। ਤੇ ਬਾਕੀ ਅੱਲਾਹ ਤਾਲਾ ਦੀ ਮਿਹਰਬਾਨੀ ਨਾਲ ਠੀਕ ਆ ਮਸਲਾ ਸਾਰਾ ਹੀ। ਜੀ ਨਾਜ਼ਰੀਨ, ਤੁਸੀਂ ਪ੍ਰੋਗਰਾਮ ਦੇਖਦੇ ਹੋ, ਪ੍ਰੋਗਰਾਮ ਖਤਮ ਨਹੀਂ ਹੋਇਆ, ਤੁਹਾਨੂੰ ਇਸ ਤੋਂ ਬਾਅਦ ਡੋਕਿਆਂ ਦਾ, ਇਸ ਤੋਂ ਬਾਅਦ ਤੁਹਾਨੂੰ ਹੋਰ ਫਰੂਟ ਦਾ ਵੀ ਦਿਖਾਣੇ ਆ, ਲੇਕਿਨ ਇੱਕ ਛੋਟਾ ਜਿਹਾ ਬ੍ਰੇਕ ਲੈਣੇ ਆ। ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੋਣੇ ਆ। ਪ੍ਰੋਗਰਾਮ ਦੇਖਦੇ ਹੋ ਹੱਸਦਾ ਤੇ ਵਸਦਾ ਪੰਜਾਬ। देखिए प्रोग्राम हंसदा वसदा पंजाब, सिर्फ पंजाब न्यूज़ पर। ਲਓ ਜੀ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੋਏ ਆ ਹੱਸਦੇ ਵਸਦੇ ਪੰਜਾਬ ਦੇ ਅੰਦਰ। ਤੁਹਾਨੂੰ ਦਿਖਾ ਰਹੇ ਆ ਜੀ ਲੰਗੜੇ ਅੰਬ ਦਾ ਬੂਟਾ ਜੀ। ਆ ਜਿਹੜਾ ਲੰਗੜਾ ਅੰਬ ਹੈ, ਲੰਗੜਾ ਹੁੰਦਾ ਨਹੀਂ ਲੇਕਿਨ ਇਹਦਾ ਨਾਂ ਲੰਗੜਾ ਰੱਖਿਆ ਗਿਆ। ਇਹ ਤਾਂ ਦੱਸਦੇ ਆ ਵੀ ਇਹਦੀ ਮਿਠਾਸ ਬੜੀ ਹੁੰਦੀ ਆ। ਉਹ ਵੀ ਜ਼ਰਾ ਅਸੀਂ ਅਮੀਨ ਸਾਹਿਬ ਕੋਲ ਜਾਣਾਂਗੇ ਕਿ ਮਿਠਾਸ ਇਹਨੂੰ ਲੰਗੜਾ ਕਿਉਂ ਕਿਹਾ ਜਾਂਦਾ। ਇਹਦੇ ਬਾਰੇ ਚ ਪਤਾ ਜੀ ਅਮੀਨ ਸਾਹਿਬ ਵੀ ਇਹਨੂੰ ਲੰਗੜਾ ਕਿਉਂ ਕਿਹਾ ਜਾਂਦਾ? ਇਹ ਵੈਰਾਈਟੀਆਂ ਦੇ ਨਾਂ ਆ ਜੀ, ਹੋਰ ਇਹ ਲੱਤਾਂ ਤੋਂ ਲੰਗਾ ਤੇ ਨਹੀਂਗਾ। ਇਹ ਜੀ ਵੈਰਾਈਟੀਆਂ ਦੇ ਨਾਂ ਨੇ। ਅਸਲ 'ਚ ਮਸਲਾ ਇਹ ਸੀ ਵੀ ਜਿਹੜੇ ਬਾਬੇ ਦਾਦੇ ਨਾ ਇਹਨਾਂ ਨੂੰ ਤਿਆਰ ਕਰਦੇ ਸੀ, ਉਹ ਇਹਨਾਂ ਨੂੰ ਬਣਾਉਂਦੇ ਸੀ, ਇਹਨਾਂ ਦੀਆਂ ਕਲਮਾਂ ਲਾਉਂਦੇ ਸੀ ਨਾ, ਫਿਰ ਉਹ ਬਾਬਿਆਂ ਦੇ ਜਿਹੜੀ ਜ਼ੁਬਾਨ 'ਚ ਨਾਂ ਹੁੰਦਾ ਸੀ ਲੰਗੜਾ ਤੇ ਅਨਵਰ ਰਟੋਰ, ਇਹ ਜੋ ਵੀ ਸੀ, ਇਹ ਫਿਰ ਉਹ ਉਸੇ ਤਰ੍ਹਾਂ ਨਾਂ ਰੱਖ ਦਿੰਦੇ ਸੀ, ਉਹ ਫਿਰ ਇਹਦੀ ਨਿਸ਼ਾਨੀ ਬਣ ਜਾਂਦੀ ਸੀ। ਤੇ ਹੁਣ ਇਹ ਤਿਆਰ ਵੈਰਾਈਟੀਆਂ ਜਿਹੜੀਆਂ ਉਹਨਾਂ ਦੇ ਨਾਮ ਆ ਦਸਹਿਰੀ। ਅੱਛਾ ਜੀ, ਇਹ ਅਨਵਰ ਟੋਰ ਦਾ ਬੂਟਾ ਹੈ। ਅਨਵਰ ਟੋਰ ਦਾ ਬੂਟਾ ਜੀ, ਆ ਦੇਖੋ ਜੀ, ਇਹਦੇ ਪੱਤੇ ਵੀ ਇਸ ਤਰ੍ਹਾਂ ਦਾ ਬਿਲਕੁਲ ਬਰੀਕ ਜਾਮਨ ਵਰਗੇ ਪੱਤੇ ਨੇ। ਤੇ ਇਹ ਅਨਵਰ ਟੋਰ ਦਾ ਬੂਟਾ ਜੀ, ਜਿਹੜਾ ਬੜਾ ਹੀ ਜ਼ਬਰਦਸਤ ਅੰਨਾ ਹੁੰਦਾ ਹੈ, ਛੋਟਾ ਜਿਹਾ ਅੰਬ ਹੁੰਦਾ ਤੇ ਇਹਦੀ ਗਿਟਕ ਵੀ ਛੋਟੀ ਹੁੰਦੀ ਹੈ, ਲੇਕਿਨ ਬੜਾ ਹੀ ਜ਼ਬਰਦਸਤ ਮਿੱਠਾ, ਬੜੀ ਮਿਠਾਸ ਹੁੰਦੀ ਹੈ, ਟੇਸਟ ਬੜਾ ਹੁੰਦਾ ਹੈ, ਬੜਾ ਹੀ ਜ਼ਬਰਦਸਤ ਇਹ ਵੀ ਅੰਬ ਹੈ ਜਿਹੜਾ ਤੁਹਾਨੂੰ ਦੱਸ ਰਹੇ ਆ ਅਨਵਰ ਟੋਰ ਜੀ। ਜਾਨਾ ਆ ਡੋਕੇ ਨੇ ਜੀ, ਆ ਡੋਕੇ ਦੇਖੋ ਮਾਸ਼ਾਅੱਲਾ ਕਿੱਡੇ ਜ਼ਬਰਦਸਤ, ਕੁਝ ਕੱਚੇ ਨੇ ਕੁਝ ਪੱਕੇ ਨੇ, ਇਹ ਆਸਤਾ ਆਸਤਾ ਪੱਕਦੇ ਜਾ ਰਹੇ ਨੇ। ਜਿਹੜੇ ਮਾਰਕੀਟ ਦੇ ਵਿੱਚ ਵੀ ਜਾ ਰਹੇ ਨੇ ਲੋਕ, ਇਹਨਾਂ ਨੂੰ ਬੜਾ ਖਾਂਦੇ ਨੇ।
ਤੇ ਬਹੁਤ ਹੀ ਪਿਆਰੇ ਨੇ। ਇਹਨੂੰ ਕਿਹੜਾ ਕਹਿੰਦੇ ਜੀ ਡੋਕਾ ਮੀਨ ਸਾਹਿਬ? ਹਲਾਵੀ ਡੋਕਾ ਹੈ। ਕਿਹੜਾ ਜੀ? ਹਲਾਵੀ। ਇਹਨੂੰ ਹਲਾਵੀ ਡੋਕਾ ਕਹਿੰਦੇ ਜੀ। ਆ ਜਿਹੜਾ ਡੋਕਾ ਇਹਨੂੰ ਹਲਾਵੀ ਡੋਕਾ, ਅਗਰ ਮੇਰਾ ਕੈਮਰਾਮੈਨ ਤੁਹਾਨੂੰ ਕਲੋਜ਼ ਕਰਕੇ ਇਹਨੂੰ ਦਿਖਾ ਸਕੇ, ਇੱਕ ਹਲਾਵੀ ਡੋਕਾ ਜੀ, ਬੜਾ ਹੀ ਜ਼ਬਰਦਸਤ ਹੈ। ਇਹਦਾ ਟੇਸਟ ਵੀ ਬੜਾ ਪਿਆਰਾ ਹੈ ਔਰ ਖਾਣ ਵਾਲਾ ਹੈ। ਛੋਟਾ ਜਿਹਾ ਬੂਟਾ ਹੈ, ਉਹਨੂੰ ਲੱਗਾ ਹੋਇਆ ਜੀ ਹਲਾਵੀ ਡੋਕਾ। ਜੀ ਮੈਂ ਦੱਸਣਾ ਚਾਹੁੰਦਾ ਕਿ ਗਰਮੀ ਦਾ ਮੌਸਮ ਹੈ ਤੇ ਜਿਹੜਾ ਬਾਦਸ਼ਾਹ ਇਹ ਫਲਾਂ ਦੇ ਵਿੱਚੋਂ ਇਹ ਅੰਬਾਂ ਦਾ ਜਿਹੜਾ ਅੰਬ ਹੈ, ਇਹ ਫਲਾਂ ਜੋ ਸਾਰਿਆਂ ਦਾ ਬਾਦਸ਼ਾਹ ਗਿਣਿਆ ਜਾਂਦਾ ਜੀ। ਅੰਬ ਜਿਹੜਾ ਬਾਦਸ਼ਾਹ, ਠੀਕ ਹੈ। ਤੇ ਅੱਜ ਦੇਖੋ ਜੀ ਬੜੇ ਜ਼ਬਰਦਸਤ ਬੂਟੇ ਆ ਤੇ ਛਾਵੇਂ ਖੜੇ ਆ ਤੇ ਗਰਮੀ ਬੜੀ ਆ ਤੇ ਦੇਖੋ ਜੀ ਇਹਨੂੰ ਤੋੜਿਆ ਜਾਂਦਾ, ਮੰਡੀਆਂ 'ਚ ਪਹੁੰਚਾਇਆ ਜਾਂਦਾ, ਮੁੜ ਕੇ ਜਨਾਬ ਇਹਨੂੰ ਖਿਲਾਇਆ ਜਾਂਦਾ। ਤੇ ਮੈਂ ਅਮੀਨ ਸਾਹਿਬ ਨੂੰ ਪੁੱਛਾਂਗਾ, ਅਮੀਨ ਸਾਹਿਬ ਇਹਨੂੰ ਬਾਦਸ਼ਾਹ ਅੰਬਾਂ ਦਾ ਫਲਾਂ ਦੇ ਵਿੱਚੋਂ ਬਾਦਸ਼ਾਹ ਵੀ ਕਹਿੰਦੇ, ਇਹਦੇ ਬਾਰੇ 'ਚ ਕੀ ਕਹਿੰਦੇ? ਦੇਖੋ ਜੀ ਗੱਲ ਇਹ ਆ ਵੀ ਬਾਦਸ਼ਾਹ ਦੇ ਇਸ ਤੋਂ ਕਹਿੰਦੇ ਕੋਈ ਜੇ ਖਸੂਸੀਅਤ ਐਸੀ ਹੈਗੀ ਤਾਂ ਬਾਦਸ਼ਾਹ ਕਹਿੰਦੇ ਆ। ਤੇ ਇੱਕ ਤਾਂ ਇਹ ਖੂਨ ਵੀ ਪੈਦਾ ਬਹੁਤ ਕਰਦਾ, ਤੇ ਦੂਸਰਾ ਕਬਜ਼ ਵਾਸਤੇ ਵੀ ਬੰਦੇ ਤੇ ਬਹੁਤ ਅੱਛਾ ਹੁੰਦਾ, ਹਾਜ਼ਮੇ ਵਾਲਾ ਹੁੰਦਾ। ਤੇ ਇਸ ਵਾਸਤੇ ਕਾਫੀ ਫਲਾਂ ਦੇ ਵਿੱਚੋਂ ਬਿਹਤਰ ਫਲ ਆ ਤੇ ਗਰਮੀਆਂ ਦਾ ਤੋਹਫਾ ਆ। ਗਰਮੀਆਂ ਦਾ ਖਾਸ ਤੋਹਫਾ ਜੀ, ਬੜਾ ਹੀ ਜ਼ਬਰਦਸਤ ਹੈ ਅੰਬ, ਜਿਹੜਾ ਖਾਣ ਦੇ ਕਾਬਿਲ ਹੈ। ਜ਼ਰੂਰ ਇਹਨੂੰ ਮਿਠਾਸ, ਕੁਦਰਤੀ ਮਿਠਾਸ ਹੈ ਜੀ। ਅਸੀਂ ਚੀਨੀ ਵੀ ਪਾਈਏ ਤੇ ਮਿਠਾਸ ਨਹੀਂ ਬਣਦੀ, ਲੇਕਿਨ ਇਹਦੇ ਵਿੱਚ ਕੁਦਰਤੀ ਮਿਠਾਸ ਹੈ ਜਿਹੜਾ ਬੜਾ ਹੀ ਪਿਆਰਾ ਹੈ। ਲੇਕਿਨ ਗਰਮੀਆਂ ਦਾ ਖਾਸ ਤੋਹਫਾ ਖਾਣਾ ਜ਼ਰੂਰ ਚਾਹੀਦਾ। ਅੱਜ ਤੁਹਾਨੂੰ ਦਿਖਾ ਵੀ ਰਹੇ ਆ ਕਿਸ ਤਰ੍ਹਾਂ ਤਿਆਰ ਕੀਤਾ ਜਾਂਦਾ, ਇਹ ਵੀ ਸਾਰਾ ਕੁਝ ਦਿਖਾਉਂਦੇ ਆ। ਤੇ ਆ ਜਾਓ, ਅੱਜ ਬਿਲਕੁਲ ਅਸੀਂ ਮੌਜੂਦ ਹਾਂ ਚੱਕ ਨੰਬਰ 204 ਦੀ ਧਰਤੀ ਤੇ ਆਹ ਡੋਕਿਆਂ ਦਾ ਬਾਗ ਹੈ ਜੀ, ਬੜਾ ਹੀ ਜ਼ਬਰਦਸਤ ਹੈ। ਇਹ ਕਿੰਨੇ ਏਕੜਾਂ 'ਚ ਹੈ ਜੀ? ਇਹ 1 ਏਕੜ ਆ ਜੀ। ਅੱਛਾ, 1 ਏਕੜ ਦੇ ਅੰਦਰ ਇਹ ਲਗਾਏ ਗਏ ਨੇ। ਅੱਛਾ, ਸਿਰਫ ਇੱਥੇ ਡੋਕੇ ਹੀ ਹੋਣੇ, ਹੋਰ ਕੋਈ ਫਸਲ ਨਹੀਂ ਹੋ ਸਕਦੀ? ਨਹੀਂ, ਕੋਈ ਪੱਠੇ ਪੁੱਠੇ ਮਵੇਸ਼ੀਆਂ ਵਾਸਤੇ ਥੋੜੇ ਬਹੁਤੇ ਬੀਜੇ ਸਕਦੇ, ਹੋਰ ਕੋਈ ਫਸਲ ਨਹੀਂ ਖਾਸ ਹੋ ਸਕਦੀ। ਅੱਛਾ, ਸਿਰਫ ਜਿਹੜੇ ਨਾ ਬੜਾ ਸ਼ੌਕ ਹੈ ਜੀ, ਬੜੀ ਗੱਲ ਹੈ। ਤੇ ਇਹ ਮਾਸ਼ਾਅੱਲਾ ਜੀ ਇਹਨਾਂ ਦੀ ਮਨੀਰ ਖਾਨ ਸਾਹਿਬ ਦੀ, ਕਿ ਇਹਨਾਂ ਨੇ ਜਨਾਬ ਸਪੈਸ਼ਲ ਡੋਕੇ ਲਾਏ ਹੋਏ ਆ ਜੀ, ਬੜਾ ਜ਼ਬਰਦਸਤ ਹੈ। ਅੱਛਾ ਜੀ, ਸਾਲ 'ਚ ਕਿੰਨੇ ਦਾ ਜਿਹੜਾ 1 ਏਕੜ ਹੈ, ਕਿੰਨੇ ਦਾ ਫਰੋਖਤ ਹੋ ਜਾਂਦਾ? ਇਹ ਇੱਕ ਨਹੀਂ ਜੀ, ਇਸ ਤੋਂ ਇਲਾਵਾ ਹੋਰ ਵੀ ਆ ਕੁਝ 40-50 ਪੌਦੇ ਜਿਹੜੇ ਇਹ ਵੱਡੇ ਆ ਜਿਹਦੇ ਤੇ ਲੱਗੇ ਪਹਿਲੇ, ਤੇ ਇੱਕ ਉਹ ਪਿੱਛੇ ਆ ਪੱਕੀ ਦੇ ਨਾਲ, ਇਹ ਕੋਈ 4-5 ਲੱਖ ਦੇ ਫਰੋਖਤ ਹੁੰਦੇ ਆ ਜੀ। 4-5 ਲੱਖ ਰੁਪਏ ਦੇ ਫਰੋਖਤ ਹੁੰਦੇ ਆ। ਜੀ ਮੈਂ ਦੱਸਣਾ ਚਾਹੁੰਦਾ ਵੀ ਆ 1 ਏਕੜ ਤੋਂ ਇਲਾਵਾ ਇਹਨਾਂ ਨੇ ਹੋਰ ਵੀ ਲਾਏ ਹੋਏ ਨੇ 4-5 ਲੱਖ ਦੇ। ਲੇਕਿਨ ਬੜੀ ਗੱਲ ਹੈ ਜੀ, ਤੇ ਮਾਸ਼ਾਅੱਲਾ ਇਹ ਬੜਾ ਜ਼ਬਰਦਸਤ ਹੈ ਕਿ ਇਹਨਾਂ ਦੇ ਜਿਹੜੇ ਖੇਤ ਆ ਹਰਿਆਲੇ ਨੇ, ਸਬਜ਼ਾ ਬੜਾ ਹੈ ਤੇ ਖੂਬਸੂਰਤ ਬੜਾ ਡੇਰਾ ਬਣਾਇਆ ਹੋਇਆ, ਖੂਬਸੂਰਤ ਇਹਨੂੰ ਸਜਾਇਆ ਹੋਇਆ, ਬੜਾ ਹੀ ਅੱਛਾ ਬਾਗ ਹੈ ਔਰ ਦੇਖਣ ਦੇ ਕਾਬਿਲ ਹੈ। ਕਿ ਜਿਹੜੇ ਦੋਸਤਾਂ ਬਾਬ ਅਗਰ ਦੇਖਣਾ ਚਾਹੁੰਦੇ ਤਾਂ ਬਰਾਏ ਮਿਹਰਬਾਨੀ ਜ਼ਰੂਰ ਤਸ਼ਰੀਫ ਲਿਆਉਣ, ਇਹਨੂੰ ਜ਼ਰੂਰ ਦੇਖਣ। ਬੜਾ ਹੀ ਖੂਬਸੂਰਤ ਬਾਗ ਹੈ, ਬੜਾ ਹੀ ਪਿਆਰਾ ਬਾਗ ਹੈ। ਤੇ ਇਹ ਫੈਸਲਾਬਾਦ ਦੀ ਤਹਿਸੀਲ ਸਮੁੰਦਰੀ ਹੈ। ਸਮੁੰਦਰੀ ਤੇ ਰਜਾਨਾ ਰੋਡ ਦੇ ਉੱਤੇ ਚੱਕ ਨੰਬਰ 204 ਬੜਾ ਹੀ ਮਸ਼ਹੂਰ ਜਨਾਬ ਮਨੀਰ ਖਾਨ ਸਾਹਿਬ ਦਾ ਬਾਗ ਹੈ, ਬੜਾ ਹੀ ਮਸ਼ਹੂਰ ਹੈ। ਜਿਹੜੇ ਦੋਸਤ ਬਾਬ ਦੇਖਣਾ ਚਾਹੁੰਦੇ ਜ਼ਰੂਰ ਤਸ਼ਰੀਫ ਲੈ ਕੇ ਆਉਣ, ਜ਼ਰੂਰ ਦੇਖਣ। ਤੇ ਮੈਂ ਤੁਹਾਨੂੰ ਕਿੱਥੇ ਕਿਹੜੀ ਮੰਡੀ ਭੇਜਦੇ ਹੋ? ਖਿੱਦਰ ਵਾਲੇ 40-50 ਪੇਟੀਆਂ ਤੁਸੀਂ ਤਿਆਰ ਕਰਕੇ ਭੇਜ ਦਿੰਦੇ ਹੋ ਤੇ ਉਹ ਫੇ ਆਪਣਾ ਡੇਲੀ 40-50 ਤੋੜ ਹੋ ਗਿਆ। ਤੇ ਕਿੰਨੀ ਦੇਰ 'ਚ ਜਿਹੜਾ ਅੰਬ ਹੈ ਇਹ ਖਤਮ ਹੋ ਜਾਣਾ? ਹੁਣ ਅੰਬ ਜਾਂ 20 ਦਿਨ ਲੱਗ ਜਾਣੇ। 20 ਦਿਨ ਲੱਗ ਜਾਣੇ ਜੀ, 20 ਦਿਨ ਲੱਗ ਜਾਣੇ ਆ ਅੰਬ ਖਤਮ ਹੁੰਦਿਆਂ ਨੂੰ ਜੀ। ਤੇ ਫਿਰ ਇਹ ਖਤਮ ਹੋ ਜਾਣਾ। ਫਿਰ ਐਂਡ ਤੇ ਕਿਹੜਾ ਚੱਲਦਾ ਹੁੰਦਾ ਜੀ? ਐਂਡ ਤੇ ਇਸ ਤੋਂ ਬਾਅਦ ਕੋਈ ਲੇਟ ਵੈਰਾਈਟੀਆਂ ਜੀ, ਉਹ ਚੌਂਸੇ ਦੀ ਵੀ ਇੱਕ ਲੇਟ ਵੈਰਾਈਟੀ ਹੈਗੀ ਆ। ਤੇ ਕੋਈ ਹੋਰ ਵਿੱਚ ਕੋਈ ਹੈਗੀਆਂ ਚੰਦ ਵੈਰਾਈਟੀਆਂ ਹੈਗੀਆਂ, ਕੋਈ ਆਪਣਾ ਸੰਗਲਾਫੀਆ, ਕੋਈ ਅੱਲਾ ਦੀ ਸ਼ਾਨ ਆ, ਕੋਈ ਏਦਾਂ ਦੀਆਂ ਹੋਰ ਚੰਦ ਦੇ ਵੈਰਾਈਟੀਆਂ ਹੈਗੀਆਂ ਜਿਹੜੀਆਂ ਚੌਂਸੇ ਤੋਂ ਬਾਅਦ ਚੱਲਦੀਆਂ। ਬਸ ਚੰਦ ਇੱਕ ਜ਼ਿਆਦਾ ਚੰਦ। ਲੋ ਜੀ, ਅਸੀਂ ਹੁਣ ਮੌਜੂਦ ਹਾਂ ਉੱਥੇ ਜਿੱਥੇ ਅੰਬ ਪੇਟੀਆਂ ਬਣ ਰਹੀਆਂ ਨੇ ਅੰਬਾਂ ਦੀਆਂ, ਇਹਦੇ ਵਿੱਚ ਤਿਆਰ ਕੀਤਾ ਜਾ ਰਿਹਾ, ਫਿਰ ਇਹਨੂੰ ਲਗਾਇਆ ਜਾਣਾ। ਸਾਡੇ ਨਾਲ ਮਜ਼ਦੂਰ ਭਰਾ ਵੀ ਮੌਜੂਦ ਹੈ, ਇਹਨਾਂ ਨੂੰ ਵੀ ਪੁੱਛੇ। ਅਸਲਾਮ ਵਾਲੇਕੁਮ ਜੀ। ਵਾਲੇਕੁਮ। ਅੱਛਾ, ਕਿੰਨੀਆਂ ਡੇਲੀ ਪੇਟੀਆਂ ਜਿਹੜੀਆਂ ਤੁਸੀਂ ਤਿਆਰ ਕਰ ਲੈਂਦੇ? 50-60 ਕਰੀਦੀਆਂ ਜੀ। 50-60 ਕਰੀਦੀਆਂ। ਫਿਰ ਇਹਦੇ ਵਿੱਚ ਅੰਬ ਲਾਈਦਾ? ਹਾਂਜੀ। ਫਿਰ ਇਸ ਤੋਂ ਬਾਅਦ ਅੰਬ ਨੂੰ ਕਿੰਨੇ ਦਿਨਾਂ 'ਚ ਤਿਆਰ ਹੋ ਜਾਂਦਾ? 5 ਦਿਨਾਂ 'ਚ। 5 ਦਿਨਾਂ ਤਿਆਰ ਹੋ ਗਿਆ। ਅੱਛਾ, 5 ਦਿਨ ਡੇਲੀ ਫਿਰ ਤੁਸੀਂ 50-60 ਲਾਓ? ਹਾਂਜੀ। ਅੱਛਾ, ਕਿੰਨੀ ਮਜ਼ਦੂਰੀ ਤੁਹਾਨੂੰ? 500 ਰੁਪਏ। ਅੱਛਾ, 500 ਰੁਪਏ ਡੇਲੀ ਤੁਸੀਂ ਲੈਂਦੇ ਹੋ। ਤੇ ਇਹਦੇ ਵਿੱਚ ਪੈਕ ਕਰਨੀਆਂ, ਪੈਕ ਕਰਕੇ ਤੁਸੀਂ ਫਿਰ ਅੱਗੇ ਮੰਡੀ ਭੇਜਣਾ, ਉਹਦੇ ਵਿੱਚ ਲਗਾਉਣੀਆਂ ਹੈ। ਤੇ ਕਿੰਨੀ ਦੇਰ ਤੋਂ ਕੰਮ ਕਰ ਰਹੇ ਹੋ? 3 ਸਾਲ ਦਾ। 3 ਸਾਲ ਤੋਂ। ਕੀ ਨਾਮ ਤੁਹਾਡਾ? ਸਜਾਵਲ। ਤੁਹਾਡਾ ਨਾਮ ਕੀ ਹੈ ਜਨਾਬ? ਅੱਛਾ ਜੀ, ਇਹ ਸਜਾਵਲ ਤੇ ਮੁਹੰਮਦ ਸਾਜਦ ਸਾਹਿਬ ਸਾਡੇ ਨਾਲ ਮੌਜੂਦ ਨੇ। ਆਪਣੀ ਮਿਹਨਤ ਤੇ ਮਜ਼ਦੂਰੀ ਕਰਦੇ ਨੇ, ਹੱਕ ਹਲਾਲ ਦੀ ਰੋਟੀ ਕਮਾ ਕੇ ਖਾਂਦੇ ਨੇ, ਆਪਣੇ ਬੱਚਿਆਂ ਵਾਸਤੇ ਰਿਜ਼ਕ ਕਮਾਉਂਦੇ ਨੇ। ਆਹ ਦੇਖੋ ਜੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ
ਇੱਥੇ ਨਾ ਤੇ ਕੋਈ ਪੱਖਾ ਬਿਜਲੀ ਦਾ ਇੰਤਜ਼ਾਮ ਹੈ, ਠੀਕ ਹੈ ਜੀ, ਨਾ ਤੇ ਇੱਥੇ ਕੋਈ ਜਨਾਬ ਜਿਹੜੀ ਕੁਦਰਤੀ ਹਵਾ ਚੱਲ ਰਹੀ ਉਹੀ ਆ, ਪਸੀਨੇ ਛੁੱਟ ਰਹੇ ਨੇ ਸ਼ਰਾਬੂਲ, ਲੇਕਿਨ ਇਹ ਹੱਕ ਹਲਾਲ ਦੀ ਆਪਣੀ ਮਿਹਨਤ ਜਿਹੜੀ ਹੈ 2 ਵਕਤ ਦੀ ਰੋਟੀ ਹੈ ਉਹ ਕਮਾ ਕੇ ਖਾਂਦੇ ਨੇ। ਤੇ ਆਹ ਦੇਖੋ ਇਹਨਾਂ ਵੀਰਿਆਂ ਵਾਸਤੇ ਆ ਜਿਹੜੇ ਭਰਾ ਮਿਹਨਤ ਕਰਦੇ ਨੇ, ਇਹ ਆਪਣੀ ਹੱਕ ਹਲਾਲ ਦੀ ਰੋਜ਼ੀ ਜਿਹੜੀ ਆ ਉਹ ਕਮਾਉਂਦੇ ਨੇ, ਕਮਾ ਕੇ ਖਾਂਦੇ ਨੇ, ਆਪਣੇ ਬੱਚਿਆਂ ਦਾ ਰਿਜ਼ਕ ਕਮਾਉਂਦੇ ਨੇ। ਕਿੰਨੀ ਸਖਤ ਗਰਮੀ ਹੈ ਔਰ ਗਰਮੀ ਦੇ ਅੰਦਰ ਜਨਾਬ ਇਹ ਪੇਟੀਆਂ ਬਣਾ ਰਹੇ ਨੇ, ਪੇਟੀਆਂ ਬਣਾਉਣ ਤੋਂ ਬਾਅਦ ਤਿਆਰ ਕਰਕੇ ਮੰਡੀ ਦੇ ਵਿੱਚ ਲਿਜਾਈਆਂ ਜਾਂਦੀਆਂ ਔਰ ਇਹਨੂੰ ਸੇਲ ਕੀਤਾ ਜਾਂਦਾ। ਤੇ ਅਸੀਂ ਅੱਗੇ ਹੁਣ ਤੁਹਾਨੂੰ ਦਿਖਾਉਂਦੇ ਆ ਕਿ ਅੰਬ ਜਿਹੜਾ ਜਨਾਬ ਉਹ ਕਿਸ ਤਰ੍ਹਾਂ ਪੇਟੀਆਂ 'ਚ ਤਿਆਰ ਹੁੰਦਾ, ਕਿਸ ਤਰ੍ਹਾਂ ਲਗਾਇਆ ਜਾਂਦਾ, ਉਹ ਵੀ ਤੁਹਾਨੂੰ ਦਿਖਾਉਂਦੇ। ਲਓ ਜੀ ਇਹ ਆ ਅੰਬ ਹੈ ਜਨਾਬ ਜਿਹੜਾ ਜ਼ਬਰਦਸਤ ਹੈ, ਪੱਕਿਆ ਖੜਾ ਤਿਆਰ ਹੈ ਜਿਹੜਾ। ਇਹ ਕਿਹੜੀ ਹੈ ਜੀ, ਨਸਲ ਕਿਹੜੀ ਹੈ ਜੀ? ਚੌਂਸਾ ਜੀ। ਆ ਚੌਂਸਾ ਅੰਬ, ਆ ਦੇਖੋ ਜੀ ਚੌਂਸਾ ਅੰਬ ਹੈ ਜੀ ਜਿਹੜਾ ਪੱਕਿਆ ਹੈ ਤੇ ਬਿਲਕੁਲ ਤਿਆਰ ਹੈ। ਇਹ ਹੁਣ ਮੰਡੀ ਜਾ ਕੇ ਸੇਲ ਹੋਏਗਾ, ਮੰਡੀ 'ਚ ਵੇਚਿਆ ਜਾਏਗਾ। ਜਿਸ ਤਰ੍ਹਾਂ ਮਸਾਲਾ ਇਹਨਾਂ ਨੂੰ ਹੁਣ ਪੁੱਛਦੇ ਆ, ਅਮੀਨ ਸਾਹਿਬ ਦੱਸਣਗੇ ਵੀ ਸਾਰੇ ਨੂੰ ਕਿੱਦਾਂ ਤਿਆਰ ਕੀਤਾ। ਇਹਨੂੰ ਪਹਿਲਾਂ ਤਾਂ ਜੀ ਤੋੜ ਕੇ 2-3 ਘੰਟੇ ਵਾਸਤੇ ਇਹਨੂੰ ਫੈਲਾਇਆ ਜਾਂਦਾ, ਹਵਾ ਲਵਾਈ ਜਾਂਦੀ ਆ। ਜਦੋਂ ਇਹਦਾ ਆਪਣਾ ਪਾਣੀ ਹੁੰਦਾ ਨਾ ਉੱਤੇ, ਇਹ ਖੁਸ਼ਕ ਹੋ ਜਾਵੇ, ਉਸ ਤੋਂ ਬਾਅਦ ਫਿਰ ਇਹਨੂੰ ਅਸੀਂ ਪੇਟੀ ਦੇ ਵਿੱਚ ਲਾਉਂਦੇ ਹਾਂ। ਅਗਰ ਇਹਨੂੰ ਤੋੜਦਿਆਂ ਸਾਰੀ ਲਾ ਦਈਏ ਤੇ ਫਿਰ ਆ ਜਿਹੜਾ ਪਾਣੀ ਆ ਇਹ ਇੱਥੇ ਡੰਡੀ ਦੇ ਉੱਤੇ ਬਹਿ ਜਾਂਦਾ ਤੇ ਫਿਰ ਇੱਥੋਂ ਅੰਬ ਜਿਹੜਾ ਗਲ ਜਾਂਦਾ। ਇਸ ਵਾਸਤੇ ਇਹਨੂੰ ਸੁਕਾ ਕੇ ਤੇ ਫਿਰ ਇਹਨੂੰ ਤਿਆਰ ਕੀਤਾ ਜਾਂਦਾ। ਅੱਛਾ, ਇਹ ਜਿਹੜੀ ਹੁਣ ਇਹ ਚੌਂਸੇ ਅੰਬ ਦੀ ਪੇਟੀ ਹੈ, ਇਹ ਕਿੰਨੇ ਦੀ ਸੇਲ ਤੁਸੀਂ ਕਰਦੇ ਹੋ? ਇਹ 500 ਰੁਪਏ ਦੀ, 550 ਦੀ, 500 ਦੀ ਇੱਕ ਸੇਲ। ਕਿੰਨਾ ਵਜ਼ਨ ਤਕਰੀਬਨ ਹੁੰਦਾ ਇਹਦਾ? 10 ਕਿਲੋ। 10 ਕਿਲੋ ਹੁੰਦਾ। ਅੱਜ ਮੈਂ ਦੱਸਣਾ ਚਾਹਨਾ ਕਿ 10 ਕਿਲੋ ਵਜ਼ਨ ਹੁੰਦਾ ਤੇ 500 ਰੁਪਏ ਦੀ ਆ ਪੇਟੀ ਜਿਹੜੀ ਆ ਸੇਲ ਕੀਤੀ ਜਾਂਦੀ ਆ। 10 ਕਿਲੋ ਇਹਦਾ ਵਜ਼ਨ ਹੁੰਦਾ ਤੇ ਮੰਡੀ 'ਚ ਵੀ ਜਾ ਕੇ ਤਕਰੀਬਨ 50 ਰੁਪਏ ਪ੍ਰੋਫਿਟ ਲੈਂਦੇ ਆ, 50-60 ਰੁਪਏ ਤੇ 550 ਜਾਂ ਪੌਣੇ 600 ਦੀ ਉਹ ਵੀ ਵੇਚ ਦਿੰਦੇ ਨੇ। ਤੇ ਆ ਜੋ ਅੰਬ ਚੌਂਸੇ ਦੀ ਪੇਟੀ ਆ ਜਿਹੜੀ ਤੁਹਾਨੂੰ ਸਾਹਮਣੇ ਦਿਖਾ ਰਹੇ ਆ, ਸਾਡੇ ਨਾਜ਼ਰੀਨ ਦੇਖ ਰਹੇ ਨੇ। ਤੇ ਇਸ ਤੋਂ ਬਾਅਦ ਮੈਂ ਤੁਹਾਨੂੰ ਡੋਕੇ ਹੁਣ ਦਿਖਾਉਣਾ ਚਾਹੁੰਦਾ, ਡੋਕਿਆਂ ਦਾ ਥੋੜਾ ਜਿਹਾ। ਇਸ ਤੋਂ ਬਾਅਦ ਮੈਂ ਬ੍ਰੇਕ ਲੈਣਾ ਚਾਹੁੰਦਾ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਆ। ਪ੍ਰੋਗਰਾਮ ਦੇਖਦੇ ਰਹੋ ਹੱਸਦਾ ਤੇ ਵਸਦਾ ਪੰਜਾਬ। देखिए प्रोग्राम हंसदा वसदा पंजाब, सिर्फ पंजाब न्यूज पर। ਤੋਂ ਬਾਅਦ ਫਿਰ ਹਾਜ਼ਰ ਹੋਏ ਆ, ਤੁਹਾਨੂੰ ਹੁਣ ਦਿਖਾਉਣਾ ਚਾਹੁੰਦੇ ਆ ਡੋਕਿਆਂ ਦਾ ਬਾਰੇ 'ਚ ਦੱਸਣਾ ਚਾਹੁੰਦੇ ਆ। ਡੋਕੇ ਖਜੂਰਾਂ ਜਿਹੜੀਆਂ ਲੱਗੀਆਂ, ਖਜੂਰਾਂ ਦੇ ਬਾਰੇ 'ਚ ਵੀ ਤੁਹਾਨੂੰ ਦੱਸਦੇ ਆ। ਇਹ ਖਜੂਰਾਂ ਦੇ ਉੱਪਰ ਚੜ੍ਹਦੇ ਕਿਸ ਤਰ੍ਹਾਂ ਨੇ, ਚੜ੍ਹ ਕੇ ਉਹਨੂੰ ਉਤਾਰਦੇ ਕਿਸ ਤਰ੍ਹਾਂ ਨੇ, ਉਹ ਵੀ ਬੰਦਾ ਤੁਹਾਨੂੰ ਅੱਜ ਦਿਖਾਉਂਦੇ ਆ ਕਿ ਉਹ ਭਲਵਾਨ ਵੀ ਵਿਖਾਉਂਦੇ ਆ ਜਿਹੜਾ ਖਜੂਰ ਦੇ ਉੱਪਰ ਚੜ੍ਹਦਾ ਜਨਾਬ। ਤੇ ਹਰ ਬੰਦੇ ਕੋਲ ਚੜ੍ਹਿਆ ਨਹੀਂ ਜਾਂਦਾ ਤੇ ਲੇਕਿਨ ਉਸ ਭਲਵਾਨ ਨੂੰ ਵੀ ਤੁਹਾਨੂੰ ਸਕਰੀਨ ਦੇ ਉੱਪਰ ਦਿਖਾਇਆ ਜਾਊਗਾ, ਉਹ ਵੀ ਤੁਹਾਨੂੰ ਸਾਹਮਣੇ ਆਊਗਾ ਵੀ ਉਹ ਕਿਸ ਤਰ੍ਹਾਂ ਖਜੂਰਾਂ ਉੱਪਰ ਚੜ੍ਹ ਕੇ ਤੋੜਦਾ ਔਰ ਖਜੂਰਾਂ ਨੂੰ ਕਿਸ ਤਰ੍ਹਾਂ ਜਨਾਬ ਫਿਰ ਥੱਲੇ ਲਿਆਂਦੀਆਂ ਜਾਂਦੀਆਂ, ਕਿਸ ਤਰ੍ਹਾਂ ਇਹਨਾਂ ਨੂੰ ਫਿਰ ਤਿਆਰ ਕੀਤਾ ਜਾਂਦਾ, ਕਿਸ ਤਰ੍ਹਾਂ ਇਹਨਾਂ ਨੂੰ ਮੰਡੀ ਪਹੁੰਚਾਇਆ ਜਾਂਦਾ, ਸਾਰਾ ਕੁਝ ਤੁਹਾਨੂੰ ਦਿਖਾਉਂਦੇ ਆ। ਸਾਡੀ ਦੇਖਦੇ ਜ਼ਰੂਰ ਰਹੀਓ, ਲੇਕਿਨ ਇਹਨੂੰ ਬਰਾਏ ਮਿਹਰਬਾਨੀ ਪ੍ਰੋਗਰਾਮ ਨੂੰ ਸਿਰਫ ਲਾਈਕ ਤੇ ਸ਼ੇਅਰ ਜ਼ਰੂਰ ਕਰੋ, ਕਿਉਂਕਿ ਜਦੋਂ ਤੁਸੀਂ ਸ਼ੇਅਰ ਕਰੋਗੇ ਸਾਡਾ ਦਿਲ ਖੁਸ਼ ਹੁੰਦਾ ਹੈ। ਫਿਰ ਸਾਡਾ ਮੁੱਲ ਜਿਹੜਾ ਨਾ ਕਹਿੰਦੇ ਪੰਜਾਬੀ 'ਚ ਵੀ ਮੁੱਲ ਜਿਹੜਾ ਮੁੜ ਆਉਂਦਾ ਜਦੋਂ ਤੁਸੀਂ ਸ਼ੇਅਰ ਕਰਦੇ ਹੋ, ਠੀਕ ਹੈ ਜੀ। ਅਸੀਂ ਆਪਣਾ ਡੋਕਿਆਂ ਦੇ ਤੇ ਖਜੂਰਾਂ ਦੇ ਬਾਗ ਦੇ ਵਿੱਚ ਆ ਗਏ ਆ। ਅਮੀਨ ਸਾਹਿਬ ਜਿਹੜਾ ਖਜੂਰਾਂ ਦੇ ਬਾਰੇ ਵੀ ਸਾਨੂੰ ਦੱਸੋ ਜੀ, ਖਜੂਰਾਂ ਦੇ ਬੂਟੇ ਕਿਹੜੇ ਆ ਆਪਣੇ ਕੋਲ ਆਏ ਖਜੂਰਾਂ ਦੇ ਬੂਟੇ ਤੇ ਪਹਿਲੇ ਅੱਗੇ ਉੱਧਰ ਵੀ ਦਿਖਾਲੇ ਅਸੀਂ। ਤੇ ਇਹ ਡੋਕਿਆਂ ਦੇ ਖਜੂਰ ਬਣ ਜਾਂਦੀ ਆ? ਨਹੀਂ, ਖਜੂਰ ਇੱਕ ਅਲੱਗ ਵੈਰਾਈਟੀ ਆ। ਉਹ ਸਾਡੇ ਕੋਲ ਖਜੂਰ ਨਹੀਂ ਹੈਗੀ ਜਿਹਦੀ ਖਜੂਰ ਬਣਦੀ ਆ। ਇਹਨੂੰ ਹਲਾਵੀ ਡੋਕਾ ਆ ਜਾਂ ਇਹਨੂੰ ਖਤਰਾਵੀ ਡੋਕਾ ਕਹਿੰਦੇ, ਉਹ ਜਿਹੜਾ ਮਸਾਲੇ ਵਾਲਾ ਹੁੰਦਾ, ਉਹ ਮਸਾਲੇ ਨਾਲ ਤਿਆਰ ਹੁੰਦਾ ਤੇ ਜਾਂ ਦੂਸਰਾ ਤੁਹਾਨੂੰ ਸ਼ਾਮਲਾਂ ਦੱਸਿਆ ਸੀ ਉਹ ਕੁਝ ਲੇਟ ਹੁੰਦਾ ਆ। ਇੱਕ ਹੋਰ ਉਹਦੇ ਸ਼ੁਹਾਰੇ ਬਣਦੇ ਆ, ਉਹ ਪਾਲੀ ਸਾਈਡ ਤੇ ਕਬਰਾਂ ਵਾਲੀ ਸਾਈਡ ਉੱਧਰ ਬਣੀ ਗਏ ਤੇ ਉਹ ਇਦਾਂ ਦੀਆਂ ਕੋਈ ਚੰਦ ਇੱਕ ਨਸਲਾਂ ਹੈਗੀਆਂ ਇਹਦੇ 'ਚ। ਅੱਛਾ, ਜਿਹੜੀ ਇਹ ਖਜੂਰ ਹੈ ਮਾਰਕੀਟ 'ਚ ਵੀ ਆਉਂਦੀ ਹੈ, ਮਾਰਕੀਟ 'ਚ ਵੀ ਹੁੰਦੀ ਆ, ਉਹਦੀ ਕੋਈ ਵੈਰਾਈਟੀ ਵੀ ਆਪਣੇ ਕੋਲ ਹੈ? ਨਹੀਂ, ਇੱਧਰ ਆਪਣੇ ਇਲਾਕੇ ਦੇ ਵਿੱਚ ਉਹ ਵੈਰਾਈਟੀ ਬਹੁਤ ਘੱਟ ਮਿਲਦੀ ਆ। ਅੱਛਾ, ਉਹਨੂੰ ਅਮੀਨ ਸਾਹਿਬ ਉਹ ਜਿਹੜੀ ਖਜੂਰ ਦੀ ਵੈਰਾਈਟੀ ਉਹ ਵੀ ਏਦਾਂ ਹੀ ਉੱਪਰ ਤਿਆਰ ਹੁੰਦੀ ਆ ਜਾਂ ਮਸਲਨ ਉਹ ਇਦਾਂ ਨਹੀਂ ਤਿਆਰ ਹੁੰਦੀ, ਉਹਨੂੰ ਵੀ ਇਸ ਤਰ੍ਹਾਂ ਹੀ ਆ। ਉਹ ਜ਼ਿਆਦਾਤਰ ਉਹ ਸਿੰਧ ਦੇ ਵਿੱਚ ਵਾ, ਉਹ ਸਿੰਧ ਦੇ ਵਿੱਚ ਇਸ ਤਰ੍ਹਾਂ ਕਿ ਉਹਨੂੰ ਜਿਹੜੀ ਆਮ ਖਜੂਰ ਤਿਆਰ ਹੁੰਦੀ ਆ, ਆਪਾਂ ਤੁਸੀਂ ਦੇਖਦੇ ਆ ਕਿ ਉਹ ਥੈਲਿਆਂ 'ਚ ਵੀ ਪੈਕ ਆਉਂਦੀ ਆ, ਵੱਡੀ ਪੇਟੀ 'ਚ ਵੀ ਪੈਕ ਆਉਂਦੀ ਆ ਤੇ ਉਹ ਉਹਨੂੰ ਤੋੜ ਕੇ ਇੱਕ ਜਗ੍ਹਾ ਤੇ ਥੜਾ ਲਾ ਦਿੰਦੇ ਆ, ਥੜਾ ਲਾ ਕੇ ਉਹ ਢੱਕ ਦਿੰਦੇ ਆ। ਉਹ ਥੋੜੇ ਦਿਨਾਂ ਬਾਅਦ ਉਹ ਤਿਆਰ ਹੋ ਜਾਂਦੀ, ਉਹ ਖਜੂਰ ਤਿਆਰ ਹੋ ਜਾਂਦੀ। ਉਹ ਫਿਰ ਬਾਅਦ ਪੇਟੀਆਂ 'ਚ ਪੈਕ ਕਰਦੇ ਆ ਤੇ ਫਿਰ ਇੱਧਰ ਸਪਲਾਈ ਪੰਜਾਬ 'ਚ ਜਾਂ ਹੋਰ ਇਲਾਕਿਆਂ 'ਚ ਵੀ ਦਿੰਦੇ ਆ। ਅੱਛਾ, ਅੱਜ ਮੈਂ ਦੱਸਣਾ ਚਾਹੁੰਦਾ ਜਿਹੜੀ ਉਹ ਆ ਜਿਹੜੀ ਖਜੂਰ ਦੱਸ ਰਹੇ ਨੇ ਉਹ ਸਿੰਧ ਦੇ ਇਲਾਕੇ 'ਚ ਜ਼ਿਆਦਾ ਪਾਈ ਜਾਂਦੀ ਹੈ, ਸਿੰਧ ਦੇ ਇਲਾਕੇ 'ਚ ਹੁੰਦੀ ਆ। ਤੇ ਸਾਡੇ ਪੰਜਾਬ ਦੇ ਜੀ ਆ ਡੋਕੇ ਮਸ਼ਹੂਰ ਨੇ, ਸਾਡੇ ਪੰਜਾਬ ਦੇ ਬੜੇ ਹੀ ਜ਼ਬਰਦਸਤ ਡੋਕੇ ਨੇ। ਅੱਜ ਇਹ ਵੀ ਤੁਹਾਨੂੰ ਦਿਖਾਉਂਦੇ ਆ, ਨਾਲ ਖਾਣੇ ਵੀ ਆ, ਨਾਲ ਤੁਹਾਨੂੰ ਵੀ ਖਿਲਾਉਂਦੇ ਆ, ਚੈੱਕ ਵੀ ਕਰਾਉਂਦੇ ਆ।
ਆ ਬੂਟੇ ਵੀ ਆ ਜੀ ਮਾਸ਼ਾਅੱਲਾ। ਆ ਬੂਟਾ ਕਾਹਦਾ ਜੀ? ਇਹ ਫੁੱਲ ਦਾ ਜੀ ਬੂਟਾ, ਕੋਈ ਪਤਾ ਨਹੀਂ ਕਿਹੜਾ ਫੁੱਲ ਆ ਇਹ। ਦੇਖੋ ਜੀ ਕੁਦਰਤੀ ਫੁੱਲ ਕਿੱਡਾ ਪਿਆਰਾ ਫੁੱਲ ਹੈ, ਲੇਕਿਨ ਇਹਦਾ ਨਾਂ ਨਹੀਂ, ਗੁਲਹੜ ਪਤਾ ਨਹੀਂ ਇਹਨੂੰ ਕੀ ਸਾਦੇ ਆ, ਮੈਨੂੰ ਹੁਣ ਯਾਦ ਨਹੀਂ, ਲੇਕਿਨ ਉਹਦਾ ਬੂਟਾ ਜੀ ਬੜਾ ਜ਼ਬਰਦਸਤ ਹੈ ਤੇ ਬੜੇ ਹੀ ਪਿਆਰੇ ਬੂਟੇ ਨੇ ਇਹ ਵੀ ਲੱਗੇ ਹੋਏ ਨੇ ਜੀ। ਬਹੁਤ ਹੀ ਜ਼ਬਰਦਸਤ ਬਾਗ ਹੈ। ਗੁਲਾਬ ਦੇ ਆ, ਕੋਈ ਸਫੈਦ ਗੁਲਾਬ ਆ। ਉਧਰ ਜਿਹੜਾ ਤੁਸੀਂ ਪਹਿਲਾਂ ਬੂਟਾ ਇੱਕ ਦੇਖਿਆ ਸੀ ਉਹ ਕਲੀ ਦਾ ਆ, ਤੇ ਉਹ ਦੇਖਣ ਨੂੰ ਤਾਂ ਇਦਾਂ ਲੱਗਦਾ ਵੀ ਜਿਹੜਾ ਇਲਾਇਚੀਆਂ ਦਾ ਹੁੰਦਾ, ਲੇਕਿਨ ਉਹ ਕਲੀ ਦਾ ਬੂਟਾ ਆ। ਅੱਛਾ ਜੀ, ਇਹ ਕਲੀ ਦਾ ਬੂਟਾ ਵੀ ਹੈ ਤੇ ਬੜਾ ਹੀ ਜ਼ਬਰਦਸਤ ਇਸ ਬਾਗ ਦੇ ਅੰਦਰ ਮੌਜੂਦ ਹੈ। ਆ ਮੇਨ ਰੋਡ ਹੈ, ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਅਸੀਂ ਬਾਗ ਤੋਂ ਬਾਹਰ ਆਏ ਹਾਂ। ਮੇਨ ਰੋਡ ਹੈ ਜੀ, ਜਿਹੜਾ ਰਜਾਨਾ ਰੋਡ ਹੈ, ਇਹਦੇ ਨਾਲ ਹੀ ਇਹ ਬਾਗ ਹੈ, ਇਹਦੇ ਨਾਲ ਹੀ ਇਹ ਬਾਗ ਪਾਇਆ ਜਾਂਦਾ ਜੀ। ਬੜਾ ਜ਼ਬਰਦਸਤ ਹੈ। ਇਹਦੇ ਵਿੱਚ ਖਜੂਰ, ਗਰਮੀ ਬੜੀ ਹੈ, ਧੁੱਪ ਬੜੀ ਹੈ, ਲੱਗਦੀ ਵੀ ਬੜੀ ਹੈ, ਪਸੀਨੇ ਵੀ ਆ ਰਹੇ ਨੇ, ਲੇਕਿਨ ਫਿਰ ਵੀ ਤੁਹਾਨੂੰ ਪ੍ਰੋਗਰਾਮ ਦਿਖਾ ਰਹੇ ਹਾਂ ਕਿ ਸਾਡੇ ਪ੍ਰੋਗਰਾਮ ਨੂੰ ਲਾਈਕ ਜ਼ਰੂਰ ਕਰੋ, ਸ਼ੇਅਰ ਜ਼ਰੂਰ ਕਰੋ। ਕਿਉਂ? ਇਹ ਸਾਡੇ ਪ੍ਰੋਗਰਾਮ ਦਿਖਾਉਣ ਦਾ ਮਕਸਦ ਇਹ ਹੈ ਕਿ ਸਾਡੇ ਪੰਜਾਬ, ਹੱਸਦਾ ਵਸਦੇ ਪੰਜਾਬ ਦੇ ਵਿੱਚ ਚੰਗੀਆਂ ਚੀਜ਼ਾਂ ਦੇਖੋ, ਫਰੂਟ ਵੇਖੋ, ਅੱਲਾਹ ਪਾਕ ਦੀ ਕੁਦਰਤ ਵੇਖੋ, ਤੇ ਬਾਕੀ ਜਿਹੜੇ ਦੋਸਤ ਅਹਿਬਾਬ ਜਿਨ੍ਹਾਂ ਦੇ ਹੋਰ ਖੇਤ ਬੜੇ ਜ਼ਬਰਦਸਤ ਨੇ ਦੂਸਰੇ ਸ਼ਹਿਰਾਂ 'ਚ, ਜਨਾਬ ਸਾਨੂੰ ਸਕਰੀਨ ਤੇ ਅਸੀਂ ਨੰਬਰ ਚਲਾਇਆ ਹੋਇਆ ਆਪਣਾ, ਸਾਡਾ ਨੰਬਰ ਵੀ ਚੱਲ ਰਿਹਾ, ਉੱਤੇ ਸਾਨੂੰ ਰਾਬਤਾ ਕਰਕੇ ਸਾਨੂੰ ਦੱਸਣ, ਸਾਨੂੰ ਟਾਈਮ ਦੇਣ, ਅਸੀਂ ਉਹਨਾਂ ਦੇ ਬਾਗ ਵੀ ਦਿਖਾ ਸਕੀਏ, ਅਸੀਂ ਉਹਨਾਂ ਦੇ ਜਨਾਬ ਵੀ ਖੇਤਾਂ ਨੂੰ ਦਿਖਾ ਸਕੀਏ ਜਿਹੜੇ ਬੜੇ ਹੀ ਜ਼ਬਰਦਸਤ ਨੇ। ਲੱਗੇ ਹੋਏ ਨੇ ਡੋਕਿਆਂ ਦੇ ਸਟਾਲ ਲੱਗੇ, ਮੇਨ ਰੋਡ ਦੇ ਉੱਪਰ ਡੋਕਿਆਂ ਦੇ ਸਟਾਲ ਲੱਗੇ ਹੋਏ ਨੇ। ਇਹਨਾਂ ਨੇ ਆਪਣੇ ਡੋਕੇ ਜਿਹੜੇ ਲਗਾਏ ਹੋਏ ਨੇ ਵੇਚਣ ਵਾਸਤੇ ਕਿ ਚਲੋ ਜਿਹੜੇ ਦੋਸਤ ਅਹਿਬਾਬ ਇੱਥੋਂ ਗੁਜ਼ਰਦੇ ਜਾਣ, ਕਿਸੇ ਦਿਲ ਕਰੇ ਤੇ ਖਾਣ ਵਾਸਤੇ ਇਹਨਾਂ ਕੋਲ ਲੈ ਕੇ ਖਾ ਸਕਦੇ ਨੇ। ਤੇ ਅਸਲਾਮ ਅਲੈਕੁਮ, ਕੀ ਹਾਲ ਹੈ ਜੀ? ਠੀਕ ਠਾਕ ਜੀ। ਕੀ ਨਾਂ ਜੀ ਆਪਣਾ? ਬੂਟਾ। ਮੁਹੰਮਦ ਬੂਟਾ ਸਾਹਿਬ, ਕੀ ਹਾਲ ਚਾਲ ਹੈ ਜੀ? ਠੀਕ ਠਾਕ ਜੀ। ਅੱਛਾ ਬੂਟਾ ਸਾਹਿਬ, ਆਪਣਾ ਕਦੋਂ ਦੇ ਲਾਏ ਹੋਏ ਨੇ ਡੋਕੇ? ਹੋ ਗਏ 2-3 ਦਿਨ। 2-3 ਦਿਨ ਹੋ ਗਿਆ। ਅੱਛਾ, ਤੇ ਇਹ ਆਪਣਾ ਜਿਹੜੇ ਡੋਕੇ ਨੇ ਤੇ ਕਿੰਨੀ ਦੇਰ ਰਹਿੰਦੇ ਨੇ ਤੁਹਾਡੇ ਕੋਲ? ਕਿੰਨੀ ਦੇਰ? 1 ਮਹੀਨਾ ਜਾਂ 2 ਮਹੀਨੇ? 1 ਮਹੀਨਾ। ਅੱਛਾ, ਤੇ ਇਹ ਤੋਂ ਫਿਰ ਬੱਚਿਆਂ ਦੀ ਰੋਟੀ ਰੋਜ਼ੀ ਸਹੀ ਚੱਲਦੀ? ਅੱਲਾ ਦੇ ਹੁਕਮ। ਬਾਗ ਤੁਸੀਂ ਲਿਆ ਹੋਇਆ? ਕਿੰਨੇ ਦਾ ਬਾਗ ਲਿਆ ਹੋਇਆ ਸੀ? ਬਾਗ ਲਿਆ 4 ਲੱਖ ਦਾ। 4 ਲੱਖ ਰੁਪਏ ਦਾ। ਅੱਛਾ, ਡੋਕੇ ਫਿਰ ਇਸ ਤੋਂ ਬਾਅਦ ਮੰਡੀ ਵੀ ਭੇਜਦੇ ਹੋ ਜਾਂ ਆਪ ਹੀ ਇੱਥੇ ਸੇਲ ਕਰਦੇ ਹੋ? ਇੱਥੇ ਵੇਚ ਲਈ, ਮੰਡੀ ਵੇਚ ਲਈ। ਇੱਥੇ ਵੇਚ ਲਈਦੀ ਆ ਜੀ। ਮੁਹੰਮਦ ਬੂਟਾ ਸਾਹਿਬ ਦਾ ਕਹਿਣਾ ਕਿ ਅਸੀਂ ਇੱਥੇ ਵੀ ਵੇਚ ਲਈਦੀ ਆ, ਮੰਡੀ ਵੀ ਵੇਚ ਲਈਦੀ ਆ, ਲੇਕਿਨ ਆਪਣੇ ਬੱਚਿਆਂ ਦੀ ਰੋਟੀ ਰੋਜ਼ੀ ਕਮਾਉਂਦੇ। ਦੇਖੀ ਬਾਬਾ ਕੱਟ। ਅੱਜ ਬਿਲਕੁਲ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੇਰੇ ਨਾਲ ਉਹ ਸ਼ਖਸੀਅਤ, ਉਹ ਬੰਦਾ, ਉਹ ਜਵਾਨ, ਉਹ ਬਜ਼ੁਰਗ ਮੌਜੂਦ ਹੈ ਜਨਾਬ, ਜਿਹੜਾ ਉੱਪਰ ਡੋਕਿਆਂ ਵਾਲੀ ਖਜੂਰ ਤੇ ਚੜ੍ਹ ਕੇ ਤੇ ਡੋਕੇ ਤੋੜਦਾ ਹੈ। ਤੇ ਮੇਰੇ ਨਾਲ ਉਹ ਮੌਜੂਦ ਹੈ ਜਿਹੜਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜਿਹਦਾ ਤਾਰਫ ਕਰਾਉਣਾ ਚਾਹੁੰਦਾ। ਮੇਰੇ ਨਾਲ ਬਜ਼ੁਰਗ ਮੌਜੂਦ ਨੇ, ਇਹਨਾਂ ਨਾਲ ਅਸਲਾਮ ਅਲੈਕੁਮ ਜੀ। ਵਾਲੇਕੁਮ ਅਸਲਾਮ। ਕੀ ਨਾਮ ਜਨਾਬ? ਪਹਿਲਾਂ ਤਾਂ ਆਪਣਾ ਨਾਮ ਦੱਸੋ। ਮੁਹੰਮਦ ਯੂਸਫ। ਮੁਹੰਮਦ ਯੂਸਫ ਸਾਹਿਬ, ਕਿਹੜੀ ਜਗ੍ਹਾ ਤੋਂ? 771 ਅਰੌਤੀ ਇਲਾਕਾ। ਅੱਛਾ, 771 ਅਰੋਤੀ ਇਲਾਕਾ। ਮੈਨੂੰ ਸ਼ਾਇਦ ਇਹ ਆਪਣਾ ਪੀਰ ਮਹਲ ਤੋਂ ਅੱਗੇ ਜਿਹੜਾ? ਹਾਂ, ਪੀਰ ਮਲ ਤੋਂ ਅੱਗੇ, ਦਰਬਾਰ ਸੰਧੀਲੇ ਵਾਲੀ ਤੋਂ ਵੀ ਅੱਗੇ। ਦਰਬਾਰ ਸੰਧੀਲਿਆਂ ਵਾਲੀ ਤੋਂ ਵੀ ਅੱਗੇ ਜੀ। ਆ ਬਜ਼ੁਰਗ ਬੰਦਾ ਜੀ, ਉਮਰ ਕਿੰਨੀ ਕੁ ਹੋ ਗਈ ਹੈ ਜੀ? ਉਮਰ 45 ਸਾਲ। 45 ਸਾਲ ਜੀ, 45 ਸਾਲ, ਲੇਕਿਨ ਦਾੜੀ ਚਿੱਟੀ ਹੋ ਗਈ ਆ। ਪਤਾ ਨਹੀਂ ਖਜੂਰਾਂ ਦੇ ਚੜ੍ਹਦਿਆਂ ਚਿੱਟੀ ਹੋ ਗਈ ਆ ਜਾਂ ਮੌਸਮ ਦੀ ਤਬਦੀਲੀ ਨਾਲ ਚਿੱਟੀ ਹੋ ਗਈ ਆ, ਲੇਕਿਨ ਇਹ 45 ਸਾਲਾ ਜਿਹੜਾ ਸ਼ਖਸ ਹੈ ਜਨਾਬ, ਆਹ ਵੀਰ ਹੈ, ਆਹ ਭਰਾ ਹੈ ਜਿਹੜਾ ਖਜੂਰ ਦੇ ਉੱਪਰ ਚੜ੍ਹਦਾ ਹੈ। ਤੁਹਾਨੂੰ ਅੱਜ ਦਿਖਾਣੇ ਵੀ ਇਹ ਖਜੂਰ ਦੇ ਉੱਪਰ ਚੜ੍ਹਦਾ ਹੈ ਕਿਸ ਤਰ੍ਹਾਂ ਤੇ ਆਪਣਾ ਡੋਕੇ ਉਤਾਰਦਾ ਕਿਸ ਤਰ੍ਹਾਂ, ਇਹ ਸਾਰੇ ਲਾਈਵ। ਅੱਛਾ, ਕਿੰਨੀ ਦੇਰ ਤੋਂ ਇਹ ਕੰਮ ਕਰ ਰਹੇ ਹੋ? ਨਿੱਕਿਆ ਹੁੰਦਿਆਂ ਤੋਂ ਹੀ ਕਰਦੇ ਆਂ ਜੀ। ਬਚਪਨ ਤੋਂ ਹੀ ਕਰ ਰਹੇ ਹੋ? ਕੰਮ ਤੋਂ। ਅੱਛਾ, ਇਹ ਹੁਣ ਇਹ ਜਿੰਨੀਆਂ ਖਜੂਰਾਂ ਇਹ ਸਾਰੀਆਂ ਤੁਸੀਂ ਇਕੱਲਿਆਂ ਨੇ ਤੋੜਨੀਆਂ ਜਾਂ ਹੋਰ ਬੰਦੇ ਵੀ? ਕੱਲਿਆਂ ਨੇ ਤੋੜਨੀ। ਅੱਜ ਬੜੀ ਗੱਲ ਹੈ, ਆ ਜਿਹੜੀ ਮੈਂ ਤੁਹਾਨੂੰ ਗੱਲ ਦੱਸਣਾ ਚਾਹੁੰਦਾ ਕਿ ਆਹ ਬੰਦਾ ਜਨਾਬ ਜਿਹੜਾ ਇਕੱਲਾ ਹੀ ਸਾਰੀਆਂ ਖਜੂਰਾਂ, ਜਿੰਨੀਆਂ ਬਾਗ ਦੀਆਂ ਖਜੂਰਾਂ, ਜਿੰਨੇ ਡੋਕੇ ਨੇ, ਇਹ ਇਕੱਲੇ ਨੇ ਤੋੜਨੇ ਆ। ਇਸ ਤੋਂ ਇਲਾਵਾ ਕੋਈ ਬੰਦਾ ਨਹੀਂ ਇਹਦੇ ਨਾਲ। ਇਹ ਇਕੱਲਾ ਹੀ ਉੱਪਰ ਚੜ੍ਹਦਾ ਤੇ ਇਕੱਲਾ ਹੀ ਤੋੜਦਾ। ਇਹ ਹੁਨਰ ਕਿੱਥੋਂ ਸਿੱਖਿਆ ਸੀ ਜੀ? ਇਹ ਮੈਂ ਆਪਣੇ ਬਜ਼ੁਰਗਾਂ ਕੋਲੋਂ ਹੀ ਸਿੱਖਿਆ ਸੀ। ਅੱਛਾ, ਤੁਹਾਡੇ ਬਜ਼ੁਰਗ ਵੀ ਇਹ ਕੰਮ ਕਰਦੇ ਸੀ? ਕਰਦੇ ਸੀ। ਕਿੰਨੇ ਭਾਈ ਜੇ ਤੁਸੀਂ? ਅਸੀਂ 4 ਭਾਈ ਹਾਂ। ਦੂਸਰੇ ਭਾਈ ਵੀ ਇਹ ਕੰਮ ਕਰਦੇ ਨੇ? ਨਹੀਂ, ਉਹ ਨਹੀਂ ਕਰਦੇ। ਅੱਛਾ, ਇਕੱਲੇ ਹੀ ਕਰਦੇ ਹੋ। ਅੱਛਾ, ਇਹ ਤੁਹਾਡਾ ਹੁਨਰ ਹੈ ਉੱਪਰ ਚੜ੍ਹਨਾ, ਉੱਪਰ ਚੜ੍ਹ ਕੇ ਡੋਕੇ ਤੋੜਨਾ, ਫਿਰ ਉਹਨਾਂ ਨੂੰ ਥੱਲੇ ਲਿਆਣਾ। ਡਰ ਨਹੀਂ ਲੱਗਦਾ? ਨਹੀਂ, ਡਰ ਨਹੀਂ ਲੱਗਦਾ? ਨਹੀਂ ਲੱਗਦਾ। ਅੱਛਾ, ਕਦੀ ਇਸ ਤਰ੍ਹਾਂ ਜ਼ਿੰਦਗੀ 'ਚ ਅੱਲਾ ਨਾ ਕਰੇ ਕਦੀ ਹੋਇਆ ਹੋਵੇ ਉੱਤੋਂ ਪੈਰ ਫਿਸਲਿਆ ਹੋਵੇ ਜਾਂ ਤੁਹਾਨੂੰ ਤੁਸੀਂ ਨੀਚੇ ਡਿੱਗੇ ਵੀ ਆ। ਅੱਛਾ, ਡਿੱਗੇ ਵੀ ਹੋ? ਹਾਂ, ਡਿੱਗੇ ਵੀ ਆ। ਹਾਂ, 60 ਸੁੱਟ ਵੀ ਲੱਗੀ, ਅੱਲਾ ਬਚਾਏ, ਕਿਉਂਕਿ ਬੜੀ ਰੋਟੀ ਰੋਜ਼ੀ ਤਾਂ ਕਿੰਨੇ ਤੁਹਾਨੂੰ ਕਿੰਨੀ ਤਨਖਾਹ, ਕਿੰਨੇ ਪੈਸੇ ਮਿਲਦੇ ਨੇ? ਸਾਨੂੰ ਭਾਈ ਮਿਲਦੇ ਆ, ਬਥੇਰਾ ਕੁਝ ਮਿਲਦਾ ਵਾ। ਰੋਜ਼ ਦੀ ਕਮਾਉਣੀ ਆ, ਜਿੱਦਾਂ ਦੀ ਮਿਲ ਗਈ ਰੋਜ਼ ਦੀ। ਇੱਕ ਮਸਲਨ ਜਦੋਂ ਤੁਸੀਂ ਖਜੂਰਾਂ ਤੋੜਦੇ ਹੋ, ਅੰਦਾਜ਼ਨ ਉਹ ਕਿੰਨੇ ਬੂਟਿਆਂ ਤੋਂ, ਜਿੰਨੇ ਹੁਣ ਸਾਰੇ ਬੂਟਿਆਂ ਤੋਂ ਤੋੜੋ, ਤੇ ਕਿੰਨੀ ਕੁ ਤੁਸੀਂ 2 ਮਹੀਨਿਆਂ 'ਚ ਜਾਂ ਮਹੀਨੇ 'ਚ? ਮਹੀਨਾ 1.5 ਮਹੀਨਾ ਲੱਗ ਹੀ ਜਾਣਾ ਜੀ। ਹਾਂਜੀ, ਹਾਂ, 50-60 ਹਜ਼ਾਰ ਰੁਪਇਆ ਕਮਾ ਲੈਂਦੇ ਹੋ? ਇਨਸ਼ਾਅੱਲਾ ਜੀ।
ਆਪਣੇ ਬੱਚਿਆਂ ਦੀ ਰੋਟੀ ਰੋਜ਼ੀ ਕਮਾ ਰਹੇ ਨੇ ਜੀ, ਹੱਕ ਹਲਾਲ ਦੀ ਮਿਹਨਤ ਕਰਕੇ ਕਮਾ ਰਹੇ ਨੇ ਤੇ ਆਪਣੇ ਬੱਚਿਆਂ ਨੂੰ ਖਿਲਾ ਰਹੇ ਨੇ ਜੀ। ਬਾਬਾ ਮੁਹੰਮਦ ਯੂਸਫ ਸਾਹਿਬ ਸਾਡੇ ਨਾਲ ਮੌਜੂਦ ਨੇ ਤੇ ਮੈਂ ਹੁਣ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਇਹ ਕਿਸ ਤਰ੍ਹਾਂ ਉੱਪਰ ਚੜ੍ਹਦੇ ਨੇ, ਕਿਸ ਤਰ੍ਹਾਂ ਉੱਪਰੋਂ ਲਿਆ ਕੇ ਤੋੜਦੇ ਨੇ, ਕਿਸ ਤਰ੍ਹਾਂ ਥੱਲੇ ਆਉਂਦੇ ਨੇ। ਇਹ ਸਾਰੀ ਸਕਰੀਨ ਤੇ ਹੁਣ ਤੁਹਾਨੂੰ ਦਿਖਾਣੇ। ਬਾਬਾ ਜੀ ਆ ਜਾਓ। ਲੱਗੇ ਨੇ ਖਜੂਰ ਦੇ ਉੱਪਰ ਕਿੱਦਾਂ ਚੜਿਆ ਜਾਂਦਾ ਹੈ, ਕਿਸ ਤਰ੍ਹਾਂ ਡੋਕੇ ਤੋੜੇ ਜਾਂਦੇ ਨੇ, ਆ ਸਾਰਾ ਸੀਨ ਤੁਹਾਨੂੰ ਦਿਖਾ ਰਹੇ ਆ। ਯੂਸਫ ਸਾਹਿਬ ਤਿਆਰੀ ਕਰ ਰਹੇ ਨੇ, ਯੂਸਫ ਸਾਹਿਬ ਬਣ ਰਹੇ ਨੇ ਆਪਣੇ ਆਪ ਨੂੰ ਤੇ ਲੇਕਿਨ ਇਹ ਖਜੂਰ ਦੇ ਉੱਪਰ ਚੜਨ ਲੱਗੇ ਨੇ। ਆ ਦੇਖੋ ਜੀ ਸਾਰਾ ਤੁਹਾਨੂੰ ਲਾਈਵ ਮਨਾਜ਼ਰ ਦਿਖਾਏ ਜਾ ਰਹੇ ਨੇ, ਲਾਈਵ ਤੁਹਾਨੂੰ ਦਿਖਾਇਆ ਜਾ ਰਿਹਾ। लो जी चढ़ रहे हैं यूसुफ साहब ऊपर। बल्ले जी बल्ले, क्या नज़ारा है, क्या चस आ रही है जनाब। देखो सही 45 साल मोहम्मद यूसुफ जी ऊपर चढ़ गया जी। देख लो आ खजूर के ऊपर किस तरह जा रहा है जी 45 साल। ते बड़ी गल है जी, बल्ले जी बल्ले। लो जी डर नहीं लग रहा, ऊपर गया जी मोहम्मद यूसुफ साहब। तुहानूं लाइव मनाजर दिखाए जा रहे हैं कि किस तरह खजूर किस तरह डोके तोड़े जाते हैं। ऊपर यूसुफ साहब ऊपर चले गए हैं जी। आ तुहानूं लाइव मनाजर साडे पंजाब न्यूज़ हसदे वसदे पंजाब प्रोग्राम दे विच दिखाए जा रहे हैं। ते अगर मेरे वीरियां दा, मेरे भरावां दा दिल खुश हो गया तो बराए मेहरबानी इहनूं शेयर जरूर करो, इहनूं लाइक जरूर करो, क्योंकि जरा सानूं भी थोड़ी खुशी दा नज़ारा जिहड़ा सानूं भी नजर आवे। ते देखो जी माशाअल्लाह जी साडे पाकिस्तान च टैलेंट। बल्ले जी बल्ले। मैं कहना जी बल्ले जी बल्ले। आ देखो जी अपना डोके किस तरह तोड़े जा रहे हैं। आ डोकियां दे लाइव मनाजर दिखाए जा रहे हैं जी। बिल्कुल असीं मौजूद हाँ। मैं तुहानूं दसना चाहना कि आ देखो जिहड़े खजूर दे डोके आ जिहड़े उतार लै गए ने। बाबा जी साडे नाल मौजूद है यूसुफ साहब भी, अगर मेरा कैमरामैन तुहानूं दिखा सके तो मैं हुण इन्हां कोल जरा जानना चाहना कि आ जिहड़े डोके आ जनाब ये हुण किस तरह तैयार कीते जाणे, इहनूं किद्दां तैयार कीता जाना? ਇਹਨੂੰ ਜਨਾਬ ਹੁਣ ਲੜੀਆਂ ਨਾਲੋਂ ਭਰੂ ਕੇ ਨਾ ਲੈਦਾ ਲੈਦਾ ਕਰਕੇ ਦਾਣਾ ਦਾਣਾ
ਫਿਰ ਉਸ ਤੋਂ ਬਾਅਦ ਇਹਨੂੰ ਇੱਕ ਸਿਰਕਾ ਲਾਉਣਾ ਜੀ, ਸਿਰਕਾ ਤੇ ਨਮਕ ਲਾਉਣਾ ਤੇ ਬੂਰੇ 'ਚ ਪਾ ਦੇਣੇ ਆ ਜੀ। ਰਾਤ ਪੈ ਰਹੇ ਨੇ, ਸਵੇਰ ਤੱਕ ਤਿਆਰ ਹੋ ਜਾਣੇ, ਖਾਣ ਵਾਲੇ ਹੋ ਜਾਣੇ ਮਿੱਠੇ ਜੀ। ਆ ਜੀ ਮੈਂ ਦੱਸਣਾ ਚਾਹੁੰਦਾ ਕਿ ਸਵੇਰ ਤੱਕ ਇਹ ਤਿਆਰ ਹੋ ਜਾਣੇ ਆ, ਖਾਣ ਵਾਲੇ ਮਿੱਠਾ ਜ਼ਬਰਦਸਤ ਹੋ ਜਾਣੀ ਆ, ਜ਼ਬਰਦਸਤ ਤਿਆਰ ਹੋ ਜਾਣੇ ਔਰ ਖਾਣ ਦੇ ਲਾਇਕ ਹੋ ਜਾਣੇ ਆ। ਕੋਈ ਪੱਕਾ ਜਿਹਾ ਡੋਕਾ ਭਾਜੀ ਕੱਢੋ ਵਿੱਚੋਂ ਇੱਕ ਡੋਕਾ। ਖਾ ਕੇ ਚੈੱਕ ਕਰੋ। ਆਹ ਡੋਕਾ ਦੇਖੋ ਜੀ, ਆ ਬਿਲਕੁਲ ਪੱਕਾ ਡੋਕਾ ਹੈ ਜੀ, ਆ ਜ਼ਬਰਦਸਤ ਡੋਕਾ ਹੈ ਤੇ ਖਾਣ ਵਾਲਾ ਮਜ਼ੇਦਾਰ। ਆਹ ਦੇਖੋ ਜੀ ਜਿਹੜਾ ਕੁਦਰਤੀ ਪੱਕਿਆ ਹੋਇਆ, ਆਹ ਦੇਖੋ ਇਹ ਆਹ ਰਸੇ ਹੋਏ ਜੀ। ਲੇਕਿਨ ਇੱਕ ਡੋਕਾ ਅਸੀਂ ਜਨਾਬ ਖਾਣੇ ਆ, ਉਹ ਤੁਹਾਨੂੰ ਦਿਖਾਣੇ ਆ ਇਹਦਾ। ਵਾਹ ਜੀ ਵਾਹ, ਕਿਆ ਸਵਾਦ ਹੈ ਜੀ, ਜ਼ਬਰਦਸਤ ਹੈ, ਕਿਆ ਬਾਤ, ਜ਼ਬਰਦਸਤ ਹੈ ਜੀ। ਆ ਜੀ ਇਹ ਬਜ਼ੁਰਗ ਹੈ ਮੁਹੰਮਦ ਯੂਸਫ, ਜਿਹੜਾ ਉੱਪਰ ਚੜ ਕੇ ਡੋਕੇ ਉਤਾਰਦਾ ਜੀ। ਇਹਨੇ ਕੱਲੇ ਨੇ ਜਿੰਨੀਆਂ ਖਜੂਰਾਂ ਕੱਲੇ ਨੇ ਲਾਉਣੀਆਂ, ਕੱਲੇ ਨੇ ਤਿਆਰ ਕਰਨੀਆਂ, ਕੱਲੇ ਨੇ ਉਤਾਰ ਕੇ ਜਨਾਬ ਇਹ ਮੰਡੀ ਦੇ ਵਿੱਚ ਬਾਅਦ ਇਹਨੂੰ ਤਿਆਰ ਕਰਕੇ ਲਿਜਾਇਆ ਜਾਂਦਾ। ਤੇ ਸਾਡੇ ਦੋਸਤ ਅਹਿਬਾਬ, ਅੱਜ ਦਾ ਸਾਡਾ ਪ੍ਰੋਗਰਾਮ ਦਾ ਟਾਈਮ ਖਤਮ ਹੋ ਗਿਆ। ਜਿਨ੍ਹਾਂ ਸਾਡੇ ਪ੍ਰੋਗਰਾਮ ਦੇਖ ਰਹੇ ਬਰਾਏ ਮਿਹਰਬਾਨੀ ਇਹਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰੋ, ਕਿਉਂਕਿ ਹੱਸਦੇ ਵਸਦੇ ਪੰਜਾਬ ਦੇ ਅੰਦਰ ਯਾਦ ਰੱਖਿਓ ਤੁਹਾਡਾ ਇਨਸ਼ਾਅੱਲਾ ਅਗਲਾ ਨੈਕਸਟ ਅਸੀਂ ਜਿਹੜਾ ਤੁਹਾਨੂੰ ਦਿਖਾਣਾ ਜਾ ਰਹੇ ਹਾਂ, ਉਸ ਬਾਗ ਦੇ ਅੰਦਰ ਵੀ ਅਸੀਂ ਤੁਹਾਨੂੰ ਫਾਲਸੇ ਦੀ ਫਸਲ ਤੇ ਅੱਜ ਕੱਲ ਦਾ ਜਿਹੜਾ ਫਰੂਟ ਹੈ ਉਹ ਤੁਹਾਨੂੰ ਦਿਖਾਇਆ ਜਾਏਗਾ ਇਨਸ਼ਾਅੱਲਾ, ਹੋਰ ਪਿੰਡ ਦੇ ਵਿੱਚ, ਹੋਰ ਚੱਕ ਦੇ ਅੰਦਰ। ਤੇ ਇੰਤਜ਼ਾਰ